एक तो मैनू अज तक ये नहीं समझ लगी, भावें राहुल गांधी का प्रोग्राम पंजाब आने का हुण बन गया है कि यूपी दे विच ते प्रियंका गांधी पूरे जोर शोर नाल प्रचार कर रही है ते उसदा असर पर बहुता वेखण नूं नहीं मिल रहा जी। पर राहुल गांधी की कर रहे हैं जो कांग्रेस के सब तो वड्डे आगू ने, जिन्नियां प्रमुख पार्टियां ने, तिन्नां दे चौं दे नाम लै लो तुसीं, अकाली दल है, बसपा है, बीजेपी है, कांग्रेस है, आम आदमी पार्टी है जां किसानां दी पार्टी है, किसी भी पार्टी दे विच इन्नी खिचोताण नहीं है जिन्नी इस वेले कांग्रेस दे विच है। सुनील जाखड़ जिहड़े ने ਉਹ ਭਾਵੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਨੇ, ਪਰ ਉਹ ਇੱਕ ਕਿਸਮ ਦੇ ਚੁੱਪ ਜੀ ਵੱਟੀ ਬੈਠੇ ਨੇ ਜੀ। ਟਿਕਟਾਂ ਦੀ ਵੰਡ ਵਿੱਚ ਉਹਨਾਂ ਦਾ ਹੱਥ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਪਰ ਨਵਜੋਤ ਸਿੰਘ ਸਿੱਧੂ ਆਪਣੇ ਤਰੀਕੇ ਨਾਲ ਜਵਾਬ ਦੇ ਰਹੇ ਨੇ ਲੋਕਾਂ ਨੂੰ। ਕਾਂਗਰਸ ਦੀ ਮੁਸ਼ਕਲ ਜਿਹੜੀ ਹੈ ਉਹ ਕੱਲੀ ਵਿਧਾਇਕਾਂ ਦੀ ਬਗਾਵਤ ਤੇ ਨਹੀਂ ਖਤਮ ਹੁੰਦੀ, ਇਹਨਾਂ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੀ ਫਸਲ, ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਹੈ ਕਿ ਨਹੀਂ ਐਲਾਨਣਾ, ਉਸ ਦੇ ਫਿਰ ਕੀ ਰੈਪਰੀਕੇਸ਼ਨ ਹੋਣਗੀਆਂ, ਕੀ ਨਤੀਜੇ ਸਾਹਮਣੇ ਆਉਣਗੇ, ਕਿੰਨੇ ਲੋਕ ਉਸ ਦੇ ਵਿੱਚ ਬਗਾਵਤ ਕਰਨਗੇ, कौन की आखेगा, सारी कैलकुलेशन इस वेले दिन रात ला के कांग्रेस पार्टी नूं करनी पै रही है। कुछ दिन पहले नवजोत सिंह सिद्धू नूं एक पत्रकार ने भगवंत मान बारे पूछा जी, कोई इहो जिहा सवाल सी जिस विच बार बार उन्हां दे मूँह तो कुछ घटाउण दा यतन कर रहे सी। वो कहंदे क्यों मैं भगवंत मान नूं अगल क्यों कहां, जे वो नहीं इहो गल ते मैं उहनूं क्यों उहदे ते इल्जाम लावां। कांग्रेस दी अपनी समस्या ये है कि कांग्रेस केंद्र दीयां कुछ अजिहियां नीतियां ने जिस विच परिवारवाद भी है ਜਾਂ ਕੇਂਦਰ ਦੇ ਕੁਝ ਇਹੋ ਜਿਹੇ ਫੈਸਲੇ ਰਹੇ ਨੇ ਜਿਨ੍ਹਾਂ ਕਰਕੇ ਉਹਨਾਂ ਵੱਲੋਂ ਕੋਈ ਠੋਸ ਨਤੀਜੇ, ਠੋਸ ਫੈਸਲੇ ਲੈਣ ਦੀ ਜਿਹੜੀ ਇੱਕ ਆਸ ਹੈ ਸਾਨੂੰ ਵੱਝਦੀ ਹੈ, ਉਹ ਖਤਮ ਹੋ ਜਾਂਦੀ ਉੱਥੇ ਆ ਕੇ, ਕਿ ਉਹ ਲੈ ਨਹੀਂ ਸਕਦੇ ਕਿ ਉਹਨਾਂ ਆਪਣੇ ਵਿੱਚ ਊਣਤਾਈਆਂ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਵੀ ਤਾਂ ਇਹੋ ਆਖ ਰਹੇ ਸੀ, ਭਾਵੇਂ ਕਿ ਉਹਨਾਂ ਦੀ ਗੱਲ ਜਾਇਜ਼ ਨਹੀਂ ਸੀ, ਕਿਉਂਕਿ ਜੇ ਉਹਨਾਂ ਨੂੰ ਲੈਜਿਸਲੇਟਿਵ ਪਾਰਟੀ ਦਾ ਜਿਹੜਾ ਗਰੁੱਪ ਹੈ ਜਿਹੜਾ ਕਾਂਗਰਸ ਦਾ, ਜੇ ਉਹਦਾ ਉਹਨਾਂ ਨੂੰ ਜਿਹੜਾ ਸਪੋਰਟ ਹੈ ਹਾਸਲ ਨਹੀਂ ਸੀ ਤਾਂ ਫਿਰ ਮੁੱਖ ਮੰਤਰੀ ਤੇ ਉਹਦੇ ਤੇ ਬਣੇ ਰਹਿਣ ਦਾ ਤਾਂ ਕੰਮ ਹੀ ਕੋਈ ਨਹੀਂ ਸੀ। ਰਾਤੋਂ ਰਾਤ ਪਾਰਟੀਆਂ ਬਦਲ ਕੇ ਦੂਜੇ ਪਾਸੇ ਜਿਵੇਂ ਐਂਟੀ ਡਿਫੈਕਸ਼ਨ ਕਾਨੂੰਨ ਜਿਹੜਾ ਬਣਿਆ ਹੋਇਆ ਹੈ ਉਸੇ ਤਰ੍ਹਾਂ ਇਹ ਵੀ ਬਣਨਾ ਚਾਹੀਦਾ ਕਿ ਅੱਜ ਪਾਰਟੀ ਬਦਲ ਕੇ ਕੱਲ ਨੂੰ ਕੋਈ ਹੋਰ ਪਾਸੇ ਜਾਂਦਾ ਹੈ ਤੇ ਉਹਨੂੰ ਟਿਕਟ ਨਾ ਦਿੱਤੀ ਜਾਵੇ, ਘੱਟੋ ਘੱਟ 6 ਮਹੀਨੇ ਦਾ ਜਾਂ ਸਾਲ ਦਾ ਸਮਾਂ ਹੋਵੇ। ਇੱਕ ਵਾਰੀ ਪਾਰਟੀ ਬਦਲਣ ਲਈ ਥੋੜਾ ਜਿਹਾ ਢੀਠ ਹੋਣਾ ਪੈਂਦਾ ਜੀ, ਦੂਸਰੀ ਵਾਰੀ ਤਾਂ ਫਿਰ ਗੱਲ ਹੀ ਕੋਈ ਨਹੀਂ, ਫਿਰ ਤੀਸਰੀ ਵਾਰੀ, ਚੌਥੀ ਵਾਰੀ, ਕਿੰਨੀ ਵਾਰੀ ਤੁਸੀਂ ਬਦਲ ਲੈਂਦੇ ਹੋ, ਕਦੀ ਕਿਹਦੇ ਵਿੱਚ ਸੀ, ਕਦੀ ਕਿਸ ਵਿੱਚ ਸੀ, ਤੇ ਕਿਸੇ ਨੂੰ ਲੋਕਾਂ ਨੂੰ ਵੀ ਯਾਦ ਨਹੀਂ ਰਹਿੰਦਾ। ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ, ਉਹਨਾਂ ਦੇ ਲੜਨ ਬਾਰੇ 605 ਵਿੱਚ ਅਕਾਲੀ ਦਲ ਸੀ, ਇਹ ਗੱਲ ਪੱਕੀ ਹੈ। ਉਹ ਇਸ ਕਰਕੇ ਜੇ ਉਹਨਾਂ ਨੇ ਲੜਨੀ ਹੁੰਦੀ ਚੋਣ ਤੇ ਜਦੋਂ ਫੌਜਾਂ ਜਿਹੜੀਆਂ ਨੇ ਮੈਦਾਨੇ ਜੰਗ ਵਿੱਚ ਜਾਂਦੀਆਂ ਨੇ, ਜੇ ਉਹਨਾਂ ਕੋਲ ਕੋਈ ਜਰਨੈਲ ਤਕੜਾ ਹੋਵੇ ਤੇ ਫਿਰ ਉਸ ਦਾ ਨਾਮ ਪਹਿਲਾਂ ਦੱਸਿਆ ਜਾਂਦਾ ਹੈ ਕਿ ਆਹ ਭਾਈ ਸਾਡੇ ਕੋਲ ਇੰਨੇ ਐਕਸਪੀਰੀਅੰਸ ਵਾਲਾ ਬੰਦਾ ਹੈ, ਕਾਇਮ ਦਾ ਐਮ ਹੈ। ਪ੍ਰਕਾਸ਼ ਸਿੰਘ ਬਾਦਲ ਹੋਣੀ ਜੇ ਉਹਨਾਂ ਦਾ ਨਾਮ ਪਹਿਲਾਂ ਤੋਂ ਐਲਾਨਿਆ ਜਾਂਦਾ ਤੇ ਗੱਲ ਕੁਝ ਹੋਰ ਹੋਣੀ ਸੀ। ਡੀਜੀਪੀ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਇਹ ਡੀਜੀਪੀ ਜਿਹੜਾ ਗੈਂਗਸਟਰਾਂ ਨਾਲ ਚਟੋਪਾਧਿਆਏ ਰਲਿਆ ਹੋਇਆ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ NIA ਇਸ ਦੀ ਜਾਂਚ ਕਰੇ। सत श्री अकाल, पंजाबी नैशनल टीवी देख रहे सारे दर्शकों का स्वागत है। खबरों ते आर पार की चर्चा करने लैके हाजिर हाँ प्रोग्राम विचार चर्चा। पंजाब विच 20 फरवरी नूं चोणां होण जा रहीआं ने, पर सियासी ताणा बाणा कुछ उलझा जापदा है। पार्टियां वालों उम्मीदवारों की लिस्ट जारी की जा रही है तो लिस्ट जारी होने तो बाद काटो कलेश सामने आ रहा है। उधर सरदार प्रकाश सिंह बादल लंबी तो चोण लड़नगे ते बिक्रम सिंह मजीठिया की जमानत अर्जी हाईकोर्ट वालों रद्द करने तो बाद उन्होंने 3 दिन की मोहलत दे दी गई है। इन्हां ते कुछ होर मुद्दों ते चर्चा करांगे ते चर्चा करने लई मेरे नाल ने जी साडे माहिर मेहमान सरदार कुलदीप सिंह हीर जी। सत श्री अकाल सर, स्वागत है। सत श्री अकाल जी। कुलदीप जी, सब तो पहला गल कर लईए कांग्रेस की। ਤੇ ਕਾਂਗਰਸ ਦੇ ਵਿੱਚ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਉਮੀਦਵਾਰਾਂ ਦੀ, ਤੇ ਉਸ ਤੋਂ ਬਾਅਦ ਤਾਂ ਕਾਫੀ ਜ਼ਿਆਦਾ ਜੇ ਅਸੀਂ ਕਹੀਏ ਕਾਟੋ ਕਲੇਸ਼ ਸਾਹਮਣੇ ਆ ਰਿਹਾ ਹੈ। ਬਹੁਤ ਸਾਰੀਆਂ ਵਿਜ਼ੂਅਲਾਈਜ਼ ਹੋ ਰਹੀਆਂ ਨੇ ਉਹਨਾਂ ਦੀਆਂ ਫੋਟੋਆਂ ਵੀ, ਮਤਲਬ ਬਹੁਤ ਜ਼ਿਆਦਾ ਕਾਂਗਰਸ ਦੇ ਵਿੱਚ ਕਲੇਸ਼ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਹੈ। ਇੱਕ ਪਾਸੇ ਤਾਂ हमेशा तो यह कहा जाता रहा है कि परिवारवाद की जिहड़ी है वो राजनीति वो नहीं करनी चाहिए, पर जे असी गल करिए तो ये जिहड़ी चीज़ है ये हरेक पार्टी दे विच लगभग देखने नूं आ रही है साडे सामने। की कहना चाहोगे? हरप्रीत जी, जे कांग्रेस दे परिवारवाद की असी गल करिए तो जिहड़ी पार्टी
ਪਿਛਲੇ 60-70 ਸਾਲਾਂ ਤੋਂ ਇੱਕ ਪਰਿਵਾਰ ਦੇ ਅਧੀਨ ਰਹੀ ਆ। ਉਸ ਵਿੱਚੋਂ ਥੋੜਾ ਸਮਾਂ ਹੀ ਸ਼ਾਇਦ ਆਜ਼ਾਦ ਹੋਈ ਹੋਵੇ ਜੀ। ਤੇ ਅੱਜ ਵੀ ਕਾਂਗਰਸ ਪਾਰਟੀ ਦੇ ਬਹੁਤੇ ਵਰਕਰ, ਕਾਮੇ, ਇਸ ਦੇ ਸਪੋਰਟਰ, ਇਹਨਾਂ ਦੇ ਆਗੂ, ਮੰਤਰੀ, ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ, ਸਟੇਟਾਂ ਦੇ ਚੀਫ ਮਿਨਿਸਟਰ, ਉਹ ਸਾਰੇ ਇੱਕ ਪਰਿਵਾਰ ਦੀ ਹਾਜ਼ਰੀ ਭਰਨ ਦਿੱਲੀ ਜਾਂਦੇ ਹੋਣ ਗਾਹੇ ਬਗਾਹੇ ਜੀ, ਤੇ ਜਾਣਾ ਪੈਂਦਾ ਹੋਵੇ ਤੇ ਉਹਨਾਂ ਦਾ ਹੀ ਹੁਕਮ ਮੰਨਦੇ ਹੋਣ ਜੀ, ਉੱਥੇ ਪਰਿਵਾਰਵਾਦ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਜੀ। ਖੈਰ, ਆਪਣੇ ਪੱਧਰ ਤੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਨਾਲੋਂ ਥੋੜਾ ਜਿਹਾ ਵੱਖਰਾ ਪੈਂਤੜਾ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਇੱਕ ਤੇ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ, ਭਾਵੇਂ ਰਾਹੁਲ ਗਾਂਧੀ ਦਾ ਪ੍ਰੋਗਰਾਮ ਪੰਜਾਬ ਆਉਣ ਦਾ ਹੁਣ ਬਣ ਗਿਆ ਹੈ, ਕਿ ਯੂਪੀ ਦੇ ਵਿੱਚ ਤੇ ਪ੍ਰਿਯੰਕਾ ਗਾਂਧੀ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ ਤੇ ਉਹਦਾ ਅਸਰ ਪਰ ਬਹੁਤਾ ਵੇਖਣ ਨੂੰ ਨਹੀਂ ਮਿਲ ਰਿਹਾ ਜੀ। ਪਰ ਰਾਹੁਲ ਗਾਂਧੀ ਕੀ ਕਰ ਰਹੇ ਨੇ, ਜੋ ਕਾਂਗਰਸ ਦੇ ਸਭ ਤੋਂ ਵੱਡੇ ਆਗੂ ਨੇ। ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਕੀ ਹੋਇਆ। ਮੌਜੂਦਾ ਵਿਧਾਇਕ ਤੇ ਕੁਝ ਹਾਰੇ ਹੋਏ, ਉਹਨਾਂ ਨੂੰ ਹੁਣ ਕੀ ਕਿਹਾ ਜਾਵੇ, ਹਾਰੇ ਹੋਏ ਉਮੀਦਵਾਰ ਜੀ। ਇੱਕ ਤੇ ਸਿਸਟਮ ਇੰਨਾ ਭੈੜਾ ਬਣ ਚੁੱਕਾ ਹੈ, ਮੈਂ ਇਸ ਨੂੰ ਮਾੜਾ ਸਿਸਟਮ ਆਖਾਂਗਾ ਜੀ। ਉਹ ਇਹ ਹੈ ਕਿ ਜਿਸ ਪਾਰਟੀ ਦੀ ਸਰਕਾਰ ਹੋਵੇ, ਬਣ ਜਾਵੇ ਸੂਬੇ ਦੇ ਵਿੱਚ ਜੀ, ਉਸ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਜਿਹੜੇ ਨੇ ਉਹ ਦੂਸਰੀਆਂ ਪਾਰਟੀਆਂ ਦੇ ਐਮਐਲਏ ਨਾਲੋਂ ਵਧੇਰੇ ਵਕਤ ਰੱਖਦੇ ਨੇ। ਬਿਲਕੁਲ। ਇੱਥੋਂ ਤੱਕ ਕਿ ਮੈਂ ਬਹੁਤੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਐਮਐਲਏ ਕਹਿ ਕੇ ਸੰਬੋਧਨ ਕੀਤਾ ਗਿਆ, ਸੁਣਿਆ, ਵੇਖਿਆ ਤੇ ਉਹਨਾਂ ਵੱਲੋਂ ਇਤਰਾਜ਼ ਵੀ ਨਹੀਂ ਕੀਤਾ ਜਾਂਦਾ। ਉਹ ਐਮਐਲਏ ਹੀ ਹੁੰਦੇ ਨੇ ਜੀ। ਤੇ ਜਿਹੜਾ ਐਮਐਲਏ ਹੁੰਦਾ ਹੈ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਅਜਿਹਾ ਸਿਸਟਮ ਰਿਹਾ ਜੀ। ਤੇ ਜੇ ਸਰਕਾਰੇ ਦਰਬਾਰੇ, ਥਾਣਿਆਂ ਦੇ ਵਿੱਚ, ਤਹਿਸੀਲਾਂ ਦੇ ਵਿੱਚ, ਡੀਸੀ ਦਫ਼ਤਰ ਦੇ ਵਿੱਚ, ਹੋਰਨਾਂ ਮਹਿਕਮਿਆਂ ਤੱਕ ਜਿਹੜੇ ਹੁਕਮ ਚੱਲਦੇ ਨੇ ਉਹ ਮੌਜੂਦਾ ਸਰਕਾਰ ਦੇ, ਚਾਹੇ ਉਹ ਜਿੱਤੇ ਹੋਏ ਵਿਧਾਇਕ ਹੋਣ, ਚਾਹੇ ਹਾਰੇ ਹੋਏ ਉਮੀਦਵਾਰ ਹੋਣ, ਉਹਨਾਂ ਦੇ ਹੀ ਚੱਲਦੇ ਨੇ ਜੀ। ਹੁਣ ਕਾਂਗਰਸ ਨੇ ਇਹਨਾਂ ਵਿੱਚੋਂ ਕੁਝ ਮੌਜੂਦਾ ਨੂੰ ਦਰਕਿਨਾਰ ਕਰ ਦਿੱਤਾ ਹੈ। ਜਿਹੜੀ ਦੂਸਰੀ ਸੂਚੀ ਆਈ ਹੈ ਜੀ, ਹੁਣ 8 ਕੋ ਵਿਧਾਇਕ ਜਿਹੜੇ ਨੇ, 8 ਕੋ ਸੀਟਾਂ ਤੇ ਜਿਹੜੇ ਫੈਸਲੇ ਨੇ ਹੋਣੇ ਬਾਕੀ ਨੇ, ਉਹਨਾਂ ਬਾਰੇ ਗੱਲਬਾਤ ਅਜੇ ਹੋਣੀ ਹੈ। ਪਰ ਖਰੜ ਤੋਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੂੰ ਲਾਂਭੇ ਕਰ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਨਵੇਂ ਉਮੀਦਵਾਰ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਹੋਣਗੇ। ਸਾਬਕਾ ਮੰਤਰੀ ਵੀ ਰਹੇ ਨੇ। ਇਸੇ ਤਰ੍ਹਾਂ ਨਕੋਦਰ ਤੋਂ ਅਮਰਜੀਤ ਸਿੰਘ ਸਮਰਾ ਨੂੰ ਵੀ ਜਿਹੜਾ ਹੈ ਉਹ ਟਿਕਟ ਨਹੀਂ ਦਿੱਤਾ ਗਿਆ। ਕਾਫੀ ਰੌਲਾ ਰੱਪਾ ਸੀ ਉਹਨਾਂ ਦਾ ਤੇ ਇਹ ਆਖਿਆ ਜਾ ਰਿਹਾ ਸੀ ਕਿ ਸ਼ਾਇਦ ਉਹਨਾਂ ਦੀ ਸਿਹਤ ਬਹੁਤੀ ਠੀਕ ਨਹੀਂ ਹੈ ਤੇ ਬਜ਼ੁਰਗ ਹੋ ਚੁੱਕੇ ਨੇ ਤੇ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤੇ ਉਹ ਦੇ ਦਿੱਤੀ ਗਈ ਹੈ। ਜਲੰਧਰ ਦੇ ਮਸ਼ਹੂਰ ਡਾਕਟਰ ਨੇ ਉਹਨਾਂ ਨੂੰ ਨਕੋਦਰ ਤੋਂ ਉਮੀਦਵਾਰ ਵਜੋਂ ਉਤਾਰਿਆ ਗਿਆ ਜੀ। ਅਮਰਗੜ੍ਹ ਤੋਂ ਸੁਰਜੀਤ ਧੀਮਾਨ ਦੀ ਜਗ੍ਹਾ ਤੇ ਨਵੇਂ ਉਮੀਦਵਾਰ ਲਿਆਂਦੇ ਗਏ ਨੇ। ਸ਼ਤਰਾਣਾ ਤੋਂ ਨਿਰਮਲ ਸਿੰਘ ਸ਼ਤਰਾਣਾ ਨੂੰ ਹਟਾ ਕੇ ਉੱਥੇ ਨਵੇਂ ਉਮੀਦਵਾਰ ਲਿਆਂਦੇ ਗਏ ਨੇ। ਇਸੇ ਤਰ੍ਹਾਂ ਫਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ ਦੀ ਜਗ੍ਹਾ ਤੇ ਨਵੇਂ ਉਮੀਦਵਾਰ ਲਿਆਂਦੇ ਗਏ ਨੇ। ਉਹ ਆਮ ਆਦਮੀ ਪਾਰਟੀ ਛੱਡ ਕੇ ਕੁਝ ਦਿਨ ਪਹਿਲਾਂ ਆ ਗਏ ਸੀ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਹੋਇਆ ਸੀ ਜੀ। ਸੁਨਾਮ ਤੋਂ ਦਮਨ ਬਾਜਵਾ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਹੈ। ਉਹਨਾਂ ਦੀ ਜਗ੍ਹਾ ਤੇ ਜਸਵਿੰਦਰ ਧੀਮਾਨ ਨੂੰ ਜਿਹੜੀ ਹੈ ਟਿਕਟ ਦਿੱਤੀ ਗਈ ਹੈ ਜੀ। ਕੋਟਕਪੂਰਾ ਤੋਂ ਹਰਨਰਪਾਲ ਸਿੰਘ ਕੁੱਕੂ ਜਿਹੜੇ ਨੇ ਉਹ ਚੋਣ ਭਾਵੇਂ ਹਾਰ ਗਏ ਸੀ, ਉਹਨਾਂ ਦੀ ਜਗ੍ਹਾ ਤੇ ਨਵੇਂ ਉਮੀਦਵਾਰ ਲਿਆਂਦੇ ਗਏ ਨੇ ਜੀ। ਤੇ ਜੈਤੋਂ ਤੋਂ ਮਸ਼ਹੂਰ ਗਾਇਕ ਮੁਹੰਮਦ ਸਦੀਕ ਜਿਹੜੇ ਨੇ ਉਹਨਾਂ ਨੂੰ ਪਿਛਲੀ ਵਾਰੀ ਟਿਕਟ ਮਿਲੀ ਸੀ, ਉਹ ਹਾਰ ਗਏ ਸੀ ਤੇ ਉਹ ਲੋਕ ਸਭਾ ਵਿੱਚ ਨੇ ਤੇ ਉਹਨਾਂ ਦੀ ਜਗ੍ਹਾ ਤੇ ਹੁਣ ਹੋਰ ਉਮੀਦਵਾਰ ਨੂੰ ਉਤਾਰਿਆ ਗਿਆ। ਇਸ ਤਰ੍ਹਾਂ ਦੇ ਹੋਰ ਵੀ ਕਈ ਹਲਕੇ ਹਨ ਜੀ ਜਿੱਥੇ ਪਹਿਲੀ ਸੂਚੀ ਦੇ ਵਿੱਚ ਹੀ ਕੁਝ ਮੌਜੂਦਾ ਲੋਕਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਸੀ। ਪਹਿਲੀ ਸੂਚੀ ਆਉਣ ਤੱਕ ਇੱਕ ਕਿਸਮ ਦੀ ਸੁੱਖ ਸ਼ਾਂਤੀ ਜਿਹੀ ਸੀ। ਉਹ ਇਹ ਸੀ, ਇੱਕ ਕਿਸਮ ਦੀ, ਮੈਂ ਕਿਹਾ ਹਰ ਤਰ੍ਹਾਂ ਦੀ ਨਹੀਂ ਕਿ ਬਗਾਵਤਾਂ ਉਸ ਵਿੱਚ ਵੀ ਬਹੁਤ ਹੋਈਆਂ ਨੇ। ਉਹ ਇਹ ਸੀ ਕਿ ਦੇਖੋ ਇਸ ਦੇ ਵਿੱਚ ਇੱਕ ਪਰਿਵਾਰ ਨੂੰ ਇੱਕ ਟਿਕਟ ਦਿੱਤੀ ਗਈ ਹੈ ਪਰ ਰੌਲਾ ਪੈਣਾ ਹੌਲੀ ਹੌਲੀ ਸ਼ੁਰੂ ਹੋ ਗਿਆ। ਬੀਬੀ ਰਜਿੰਦਰ ਕੌਰ ਭੱਠਲ ਦੇ ਜਵਾਈ ਨੂੰ ਟਿਕਟ ਜਿਹੜੀ ਹੈ ਸਾਹਨੇਵਾਲ ਤੋਂ ਦਿੱਤੀ ਗਈ ਹੈ। ਉਹ ਖੁਦ ਚੋਣ ਦੇ ਵਿੱਚ, ਚੋਣ ਮੈਦਾਨ ਦੇ ਵਿੱਚ ਨੇ। ਇਸ ਤਰ੍ਹਾਂ ਦਾ ਰੌਲਾ ਰੱਪਾ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ। ਜੇ ਮੈਂ ਅੱਜ ਇਹ ਆਖਾਂ ਕਿ ਮੌਜੂਦਾ ਪੰਜਾਬ ਦੇ ਧਰਾਤਲ ਤੇ ਜਿੰਨੀਆਂ ਪਾਰਟੀਆਂ ਇਸ ਵੇਲੇ ਫਾਈਟ ਕਰ ਰਹੀਆਂ ਨੇ, ਉਹਨਾਂ ਵਿੱਚ ਜਿੰਨੀਆਂ ਪ੍ਰਮੁੱਖ ਪਾਰਟੀਆਂ ਨੇ, ਤਿੰਨਾਂ ਦੇ ਚੌਂ ਦੇ ਨਾਮ ਲੈ ਲਓ ਤੁਸੀਂ, ਅਕਾਲੀ ਦਲ ਹੈ, ਬਸਪਾ ਹੈ, ਬੀਜੇਪੀ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ ਜਾਂ ਕਿਸਾਨਾਂ ਦੀ ਪਾਰਟੀ ਹੈ, ਕਿਸੇ ਵੀ ਪਾਰਟੀ ਦੇ ਵਿੱਚ ਇੰਨੀ ਖਿਚੋਤਾਣ ਨਹੀਂ ਹੈ ਜਿੰਨੀ ਇਸ ਵੇਲੇ ਕਾਂਗਰਸ ਦੇ ਵਿੱਚ ਹੈ। ਹੁਣ ਕਾਂਗਰਸ ਨੇ ਇਸ ਵਾਰੀ ਕਿਆਸਰਾਈਆਂ ਤੋਂ ਉਲਟ ਥੋੜਾ ਜਿਹਾ ਇਹ ਕੀਤਾ ਕਿ ਅੱਗੇ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਨੇ ਜੀ ਆਪਣੇ ਉਮੀਦਵਾਰ ਐਲਾਨਣ ਦੇ ਵਿੱਚ। ਇਸ ਵਾਰੀ ਪਹਿਲੀ ਸੂਚੀ ਕਾਫੀ ਲੰਬੀ ਜਾਰੀ ਕੀਤੀ ਤੇ ਫਿਰ 2-4 ਦਿਨ ਦੇਖਿਆ ਗਿਆ ਕਿ ਕੀ ਹੁਣ ਕੀ ਹੋ ਕੀ ਰਿਹਾ।
ਉਸ ਦੇ ਵਿੱਚ ਜੋ ਨਾਰਾਜ਼ਗੀਆਂ ਹੋਈਆਂ ਉਹ ਸਾਹਮਣੇ ਆ ਗਈਆਂ। ਪਰ ਹੁਣ ਹੌਲੀ ਹੌਲੀ ਜਦੋਂ ਸੈਟਲਮੈਂਟ ਹੋ ਗਈ ਤੇ ਹੁਣ 8 ਕੁ ਹਲਕੇ ਜਿਹੜੇ ਨੇ ਉਹ ਰਹਿ ਗਏ ਨੇ। ਬਾਕੀ 23 ਦੀ ਸੂਚੀ ਜਿਹੜੀ ਹੈ ਕੱਲ੍ਹ ਜਾਰੀ ਕੀਤੀ ਹੈ। ਇਸ ਦੇ ਨਾਲ ਘਸਮਾਨ ਜਿਹੜਾ ਪਹਿਲਾਂ ਪਿਆ ਹੋਇਆ ਸੀ ਉਹ ਕਿਸੇ ਹੱਦ ਤੱਕ ਕਲੀਅਰ ਨਹੀਂ ਹੋਇਆ, ਬਲਕਿ ਹੋਰ ਜ਼ਿਆਦਾ ਪੈ ਗਿਆ। ਬਿਲਕੁਲ। ਸੋ ਕਾਂਗਰਸ ਪਾਰਟੀ ਨੂੰ ਇਸ ਵੇਲੇ ਕਾਫੀ ਮੁਸ਼ਕਲਾਂ ਦਾ ਸਾਹਮਣਾ, ਬਾਗੀਆਂ ਦਾ ਸਾਹਮਣਾ ਹੈ। ਔਰ ਜਿਹੜੇ ਵਿਧਾਇਕ, ਮੌਜੂਦਾ ਵਿਧਾਇਕ ਜਾਂ ਹਾਰੇ ਹੋਏ ਉਮੀਦਵਾਰ ਜਾਂ ਇੱਥੋਂ ਤੱਕ ਕਿ 4-4 ਵਾਰ ਦੇ ਕਈ ਆਪਣੇ ਆਪ ਨੂੰ MLA ਕਹਾਉਣ ਵਾਲੇ ਵਿਅਕਤੀ ਵੀ ਉਹ ਜਿਹੜੇ ਹਨ ਇਸ ਵੇਲੇ ਲੁੱਟੇ ਹੋਏ ਮਹਿਸੂਸ ਕਰ ਰਹੇ ਨੇ। ਤੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਹੈ ਤੇ ਚੋਣਾਂ ਦਾ ਬਿਗਲ ਬੁਝਾ ਦਿੱਤਾ ਹੈ। ਹੁਣ ਕਾਂਗਰਸ ਪਾਰਟੀ ਇਸ ਨੂੰ ਕਿਵੇਂ ਟੈਕਲ ਕਰਦੀ ਹੈ? ਕੀ ਜਿਹੜਿਆਂ ਲੋਕਾਂ ਨੂੰ ਟਿਕਟ ਦਿੱਤੀ ਹੈ ਕੀ ਉਹਨਾਂ ਦੀ ਸਪੋਰਟ ਤੇ ਖੜੇਗੀ ਜਾਂ ਇਸ ਵਿੱਚ ਜੋ ਕਟੋਕਲਿਸ਼ ਪਿਆ ਹੋਇਆ ਹੈ ਉਹਨਾਂ ਨੂੰ ਇਸੇ ਤਰ੍ਹਾਂ ਪਿਆ ਰਹਿਣ ਦੇਵੇਗੀ? ਤੇ ਜਾਂ ਜਿਹੜੇ ਮੌਜੂਦਾ ਲੋਕ ਨੇ ਪਾਰਟੀ ਦੇ ਵਿੱਚ ਇਸ ਵੇਲੇ ਜਿਹੜੇ ਜੋ ਵਿਰੋਧਤਾ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਸਾਨੂੰ ਟਿਕਟ ਮਿਲਣੀ ਚਾਹੀਦੀ ਸੀ ਤੇ ਇਹ ਸਾਨੂੰ ਨਹੀਂ ਮਿਲੀ, ਤੇ ਉਹ ਜਿਹੜੀ ਬਗਾਵਤ ਉਹ ਕਰ ਰਹੇ ਨੇ, ਆਜ਼ਾਦ ਖੜੇ ਹੋਣ ਦੀਆਂ ਧਮਕੀਆਂ ਦੇ ਰਹੇ ਨੇ ਜਾਂ ਪਾਰਟੀ ਛੱਡਣ ਬਾਰੇ ਵਿਚਾਰਾਂ ਕਰ ਰਹੇ ਨੇ, ਜਾਂ ਕੀ ਉਹਨਾਂ ਨੂੰ ਮਨਾਉਣ ਦਾ ਯਤਨ ਕਰੇਗੀ? ਮਨਾਉਣ ਦਾ ਯਤਨ ਮੈਨੂੰ ਕੋਈ ਬਹੁਤਾ ਸੰਭਵ ਜਾਪਦਾ ਨਹੀਂ ਕਿ ਮਨਾਉਣ ਦਾ ਯਤਨ ਕਰੇਗਾ ਕੌਣ। ਇਸ ਵੇਲੇ ਪੰਜਾਬ ਵਿੱਚ ਦੌੜ ਭੱਜ ਕਰਨ ਵਾਲੇ ਥੋੜੇ ਵਿਅਕਤੀ ਨੇ। ਸੁਨੀਲ ਜਾਖੜ ਜਿਹੜੇ ਨੇ ਉਹ ਭਾਵੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਨੇ, ਪਰ ਉਹ ਇੱਕ ਕਿਸਮ ਦੇ ਚੁੱਪ ਜੀ ਵੱਟੀ ਬੈਠੇ ਨੇ। ਟਿਕਟਾਂ ਦੀ ਵੰਡ ਵਿੱਚ ਉਹਨਾਂ ਦਾ ਹੱਥ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਪਰ ਨਵਜੋਤ ਸਿੰਘ ਸਿੱਧੂ ਆਪਣੇ ਤਰੀਕੇ ਨਾਲ ਜਵਾਬ ਦੇ ਰਹੇ ਨੇ ਲੋਕਾਂ ਨੂੰ। ਚਰਨਜੀਤ ਸਿੰਘ ਚੰਨੀ ਵੀ ਕਿਸੇ ਹੱਦ ਤੱਕ ਮਹਿਦੂਦ ਹੋ ਗਏ ਨੇ। ਉਹਨਾਂ ਦੇ ਰਿਸ਼ਤੇਦਾਰਾਂ ਤੇ ਈਡੀ ਦੀਆਂ ਰੇਡਾਂ ਤੇ ਕੁਝ ਹੋਰ ਗੱਲਾਂ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਇੱਕ ਖੂੰਜੇ ਦੇ ਵਿੱਚ ਲਾਇਆ ਹੋਇਆ। ਹੁਣ ਇੱਥੇ ਹੀ ਕਾਂਗਰਸ ਦੀ ਮੁਸ਼ਕਲ ਜਿਹੜੀ ਹੈ ਉਹ ਇਕੱਲੀ ਵਿਧਾਇਕਾਂ ਦੀ ਬਗਾਵਤ ਤੇ ਨਹੀਂ ਖਤਮ ਹੁੰਦੀ। ਇਹਨਾਂ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੀ ਨਸਲ, ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਹੈ ਕਿ ਨਹੀਂ ਐਲਾਨਣਾ, ਉਸ ਦੇ ਫਿਰ ਕੀ ਰੈਪਰੀਕਸ਼ਨ ਹੋਣਗੀਆਂ, ਕੀ ਨਤੀਜੇ ਸਾਹਮਣੇ ਆਉਣਗੇ, ਕਿੰਨੇ ਲੋਕ ਉਸ ਦੇ ਵਿੱਚ ਬਗਾਵਤ ਕਰਨਗੇ, ਕੌਣ ਕੀ ਆਖੇਗਾ, ਸਾਰੀ ਕੈਲਕੂਲੇਸ਼ਨ ਇਸ ਵੇਲੇ ਦਿਨ ਰਾਤ ਲਾ ਕੇ ਕਾਂਗਰਸ ਪਾਰਟੀ ਨੂੰ ਕਰਨੀ ਪੈ ਰਹੀ ਆ। ਪਰ ਨਵਜੋਤ ਸਿੰਘ ਸਿੱਧੂ ਨੂੰ ਵੀ ਬਿਆਨ ਦੇਣੇ ਔਖੇ ਹੋ ਜਾਣਗੇ। ਜੇ ਮੈਂ ਗੱਲ ਦੱਸਾਂ ਕਿ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਪਹਿਲਾਂ ਅੰਮ੍ਰਿਤਸਰ ਦੇ ਵਿੱਚੋਂ ਦੋਵੇਂ ਇਕੱਠੇ ਇਲੈਕਸ਼ਨ ਜਿੱਤ ਚੁੱਕੇ ਨੇ, ਅਕਾਲੀ ਦਲ ਦੇ ਸਮੇਂ ਤੇ, ਭਾਜਪਾ ਦੇ ਚੋਣ ਨਿਸ਼ਾਨ ਤੇ। ਉਸ ਤੋਂ ਬਾਅਦ ਹੁਣ ਉਹ ਇਕੱਲੇ ਚੋਣ ਲੜ ਰਹੇ ਨੇ। ਉਹਨਾਂ ਦੀ ਪਤਨੀ ਨੂੰ ਟਿਕਟ ਨਹੀਂ ਮਿਲੀ, ਹਾਲਾਂਕਿ ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਆਪਣੇ ਇੱਕ ਨਜ਼ਦੀਕੀ ਜੋ ਉਹਨਾਂ ਦਾ ਭਤੀਜਾ ਲੱਗਦਾ ਉਸ ਨੂੰ ਟਿਕਟ ਦਵਾ ਦਿੱਤੀ ਹੈ। ਭਗਵੰਤ ਮਾਨ ਇਹ ਆਖ ਰਹੇ ਨੇ ਕਿ ਕਿੱਥੇ ਗਿਆ ਅਸੂਲ ਤੁਹਾਡਾ ਜੋ ਇੱਕ ਪਾਰਟੀ ਵਿੱਚ ਪਰਿਵਾਰਵਾਦ ਨੂੰ ਨਾ ਵਧਾਉਣ ਦੀ ਤੁਸੀਂ ਗੱਲ ਕਰ ਰਹੇ ਸੋ, ਉਸ ਬਾਰੇ ਤੁਸੀਂ ਹੁਣ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਚੈਲੰਜ ਕਰਕੇ ਆਖਿਆ ਕਿ ਤੁਸੀਂ ਹੁਣ ਕੀ ਆਖਦੇ ਹੋ। ਨਵਜੋਤ ਸਿੰਘ ਸਿੱਧੂ ਨੂੰ ਥੋੜ੍ਹੇ ਜਿਹੇ ਜਵਾਬ ਦੇਣੇ ਔਖੇ ਹੋਣਗੇ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਸੁਣੀ ਵੀ ਗਈ ਹੈ, ਪਰ ਬਹੁਤੇ ਮਾਮਲਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਇੱਕ ਖਾਸ ਗੱਲ ਹੋਣੀ ਸੀ, ਉਹਨਾਂ ਦੀ ਪਕੜ ਹੋਣੀ ਸੀ, ਉਸ ਵਿੱਚ ਉਹਨਾਂ ਨੂੰ ਖੂੰਜੇ ਵੀ ਲਾਇਆ ਗਿਆ। ਜੀ ਕੁਲਦੀਪ ਜੀ, ਜੇ ਅਸੀਂ ਕਹੀਏ ਕਿ ਵਿਰਾਸਤ ਦੀ ਜਿਹੜੀ ਸਿਆਸਤ ਹੈ ਉਹ ਤਾਂ ਚੱਲ ਹੀ ਰਹੀ ਹੈ, ਭਾਵੇਂ ਕਾਂਗਰਸ ਕੁਝ ਵੀ ਕਵੇ, ਪਰ ਆਪਸੀ ਜਿਹੜੀ ਉਹਨਾਂ ਦੀ ਪਾਟੋ ਤਾੜ ਹੈ ਉਹ ਵੀ ਸਾਰਿਆਂ ਨੂੰ ਨਜ਼ਰ ਆ ਰਹੀ ਹੈ। ਬੇਸ਼ੱਕ ਕਿ ਇਹ ਕਾਟੋ ਕਲੇਸ਼ ਹੈ ਸਾਰੀਆਂ ਪਾਰਟੀਆਂ ਦੇ ਵਿੱਚ ਨੇ, ਪਰ ਜਿਹੜੀ ਕਾਂਗਰਸ ਦੇ ਵਿੱਚ ਕਿਸੇ ਦਾ ਮੂੰਹ ਇੱਧਰ ਤੇ ਕਿਸੇ ਦਾ ਮੂੰਹ ਉੱਧਰ, ਇਹੋ ਜਿਹਾ ਸਮਾਂ ਜਿਹੜਾ ਹੈ ਉਹ ਪਹਿਲਾਂ ਇੰਨਾ ਜ਼ਿਆਦਾ ਅਸੀਂ ਕਹੀਏ ਕਿ ਕਾਂਗਰਸ ਦੇ ਵਿੱਚ ਦੇਖਣ ਨੂੰ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਕਿ ਇਸ ਵੇਲੇ ਮਿਲ ਰਿਹਾ ਹੈ। ਸੋ ਕੁਲਦੀਪ ਜੀ, ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਕੁਲਦੀਪ ਜੀ, ਗੱਲ ਕਰ ਰਹੇ ਸੀ ਅਸੀਂ ਕਾਂਗਰਸ ਦੀ। ਕਾਂਗਰਸ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਬਗਾਵਤ ਦੇਖਣ ਨੂੰ ਮਿਲ ਰਹੀ ਹੈ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ ਬਗਾਵਤ ਹੈ ਇਸ ਦੇ ਕਾਰਨ ਕੀ ਨੇ? ਦੇਖੋ ਹਰਪ੍ਰੀਤ ਜੀ, ਗੱਲ ਇਹ ਹੈ, ਜੇ ਤਾਂ ਕਾਂਗਰਸ ਪਾਰਟੀ ਦਾ ਇਤਿਹਾਸ ਅਸੀਂ ਵੇਖੀਏ ਜੀ, ਜ਼ਾਹਿਰਾ ਤੌਰ ਤੇ ਇਹ ਆਜ਼ਾਦੀ ਤੋਂ ਪਹਿਲਾਂ ਦੀ ਪੁਰਾਣੀ ਪਾਰਟੀ ਹੈ ਜੀ। ਇਸ ਦਾ ਸਟਰਕਚਰ ਜਿਹੜਾ ਬਹੁਤ ਸਟਰੋਂਗ ਹੈ, ਡੂੰਘੀਆਂ ਜੜ੍ਹਾਂ ਨੇ, ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ ਪਾਰਟੀ ਹੈ ਜੀ। ਪਰ ਨਾਲ ਦੀ ਨਾਲ ਕੁਛ ਪਰੰਪਰਾਵਾਂ, ਕੁਛ ਪਾਰਟੀ ਦੀਆਂ ਵੈਲਿਊਜ਼, ਕੁਛ ਪਾਰਟੀ ਦੇ ਸੰਵਿਧਾਨ, ਸਿਧਾਂਤ, ਉਹਨਾਂ ਦੇ ਨਿਯਮਾਵਲੀ, ਸਭ ਕੁਛ ਜਿਹੜਾ ਹੈ ਜੋ ਪੁਰਾਣੇ ਲੋਕ ਹੋਇਆ ਕਰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਅਸੀਂ ਜਿਸ ਪਾਰਟੀ ਨੂੰ ਐਜ਼ ਏ ਯੰਗ ਜੋ ਰਾਈਜ਼ ਕਰਨ ਦਾ ਸੋਚ ਰਿਹਾ ਪੋਲੀਟਿਕਸ ਦੇ ਵਿੱਚ, ਸੇਵਾ ਕਰਨਾ, ਬੇਸਿਕਲੀ ਲਫ਼ਜ਼ ਤੇ ਸੇਵਾ ਹੀ ਵਰਤਿਆ ਜਾਂਦਾ ਹੈ ਨਾ। ਬਿਲਕੁਲ, ਭਾਵੇਂ ਹੈ ਨਹੀਂ ਮੇਵਾ ਹੈ ਭਾਵੇਂ ਜੀ। ਹੁਣ ਜਦੋਂ ਸੇਵਾ
ਦਾ ਧਿਆਨ ਜਾਂ ਮੇਵੇ ਦਾ ਧਿਆਨ ਆਉਂਦਾ ਹੈ ਤੇ ਪਹਿਲਾਂ ਤੇ ਇਹੋ ਹੀ ਦੇਖਣਾ ਹੁੰਦਾ ਨੇ ਕਿ ਜੋ ਮੇਰਾ ਅਕੀਦਾ ਹੈ ਜਾਂ ਜੋ ਸੋਚ ਹੈ ਸਮਾਜ ਨੂੰ ਉਤਾਂਹ ਚੁੱਕਣ ਲਈ ਉਸ ਮੁਤਾਬਕ ਮੇਰੇ ਲਈ ਕਿਹੜੀ ਪਾਰਟੀ ਕਿਵੇਂ ਠੀਕ ਰਹੇਗੀ ਜੀ। ਹੁਣ ਠੀਕ ਹੈ, ਪਾਰਟੀ ਠੀਕ ਰਹੇਗੀ ਤੇ ਜਦੋਂ ਇੱਕ ਵਾਰੀ ਕਿਸੇ ਤੇ ਡਿਸਾਈਡ ਕਰ ਲਿਆ ਫਿਰ ਤੁਸੀਂ ਕਈ ਵਾਰ ਇਹ ਸਾਰੇ ਦੇਸ਼ਾਂ 'ਚ ਹੁੰਦਾ ਕਿ ਤੁਸੀਂ ਉਸ ਦੀਆਂ ਚੰਗੀਆਂ ਮਾੜੀਆਂ ਗੱਲਾਂ ਨੂੰ ਜਾਇਜ਼ ਠਹਿਰਾਉਂਦੇ ਹੋ, ਪਰ ਜਿੱਥੇ ਕਿਤੇ ਰੈਸ਼ਨਲ ਵਿਊਜ਼ ਦੇਣੇ ਵੀ ਹੋਣ ਤੇ ਤੁਸੀਂ ਦਿੰਦੇ ਵੀ ਹੋ ਕਿ ਨਹੀਂ। ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰਕਾਰ ਨੇ ਭਗਵੰਤ ਮਾਨ ਬਾਰੇ ਪੁੱਛਿਆ ਜੀ, ਕੋਈ ਉਹੋ ਜਿਹਾ ਸਵਾਲ ਸੀ ਜਿਸ ਵਿੱਚ ਉਹ ਬਾਰ-ਬਾਰ ਉਹਨਾਂ ਦੇ ਮੂੰਹ ਤੋਂ ਕੁਝ ਕਢਾਉਣ ਦਾ ਯਤਨ ਕਰ ਰਿਹਾ ਸੀ। ਉਹ ਕਹਿੰਦੇ ਕਿਉਂ ਮੈਂ ਭਗਵੰਤ ਮਾਨ ਨੂੰ ਅਗਲ ਕਿਉਂ ਕਹਾਂ, ਜੇ ਉਹ ਨਹੀਂ ਇਹੋ ਗੱਲ ਤੇ ਮੈਂ ਉਹਨੂੰ ਕਿਉਂ ਉਹਦੇ ਤੇ ਇਲਜ਼ਾਮ ਲਾਵਾਂ। ਇਹ ਗੱਲ ਇੰਨੀ ਕੁ ਗੱਲ ਇਨਸਾਨ ਵਿੱਚ ਚਾਹੀਦੀ ਹੈ ਬਿਲਕੁਲ ਕਿ ਜੇ ਵਿਰੋਧੀਆਂ ਵਿੱਚ ਵੀ ਕੋਈ ਚੰਗਾ ਹੈ ਤਾਂ ਉਸ ਦੀ ਕਿਸੇ ਚੰਗੀ ਗੱਲ ਦੀ ਚੰਗਿਆਈ ਕਰਨ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਇਹ ਸਿੱਖਣਾ ਚਾਹੀਦਾ ਹੈ ਬਿਲਕੁਲ। ਪਰ ਕਾਂਗਰਸ ਪਾਰਟੀ ਕੋਲੇ ਗੱਲਾਂ ਹੁੰਦੀਆਂ ਸੀ ਜੀ। ਕਾਂਗਰਸ ਪਾਰਟੀ ਦੇ ਜਦੋਂ ਕੇਂਦਰ ਦੇ ਵਿੱਚ ਸਰਕਾਰ ਹੋਇਆ ਕਰਦੀ ਸੀ ਤਾਂ ਵਿਰੋਧੀ ਧਿਰ ਦੇ ਆਗੂਆਂ ਦਾ ਇੱਕ ਰੁਤਬਾ ਹੋਇਆ ਕਰਦਾ ਸੀ। ਲੋਕ ਸਭਾ ਦੇ ਵਿੱਚ ਉਹਨਾਂ ਨੂੰ ਸੁਣਿਆ ਗਿਣਿਆ ਜਾਂਦਾ ਸੀ, ਉਹਨਾਂ ਦੀਆਂ ਗੱਲਾਂ ਦੇ ਜਵਾਬ ਦਿੱਤੇ ਜਾਂਦੇ ਸਨ ਬਿਲਕੁਲ। ਤੇ ਵਿਦੇਸ਼ਾਂ ਦੇ ਵਿੱਚ ਜਦੋਂ ਵਿਦੇਸ਼ੀ ਮਹਿਮਾਨ ਕੋਈ ਆਉਂਦੇ ਸਨ ਜਾਂ ਵਿਦੇਸ਼ਾਂ ਵਿੱਚ ਕੋਈ ਡੈਲੀਗੇਸ਼ਨ ਜਾਂਦੇ ਸੀ ਤਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਉਸ ਵਿੱਚ ਥਾਂ ਤੇ ਜਗ੍ਹਾ ਜਿਹੜੀ ਸੀ ਸਮਾਂ ਦਿੱਤਾ ਜਾਂਦਾ ਸੀ ਕਿ ਤੁਸੀਂ ਵੀ ਆਪਣੀ ਗੱਲ ਰੱਖੋ। ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਸਾਡਾ ਲੋਕਤੰਤਰ ਇਸ ਕਿਸਮ ਦਾ ਜਿਸ ਦੀਆਂ ਇਸ ਤਰ੍ਹਾਂ ਅਸੀਂ ਜੁੜੇ ਹੋਏ ਹਾਂ ਬਿਲਕੁਲ। ਵਿਧਾਨਕ ਤੌਰ ਤੇ ਪਾਰਟੀ ਤੇ ਕੋਈ ਵੀ ਕਰਪਟ ਨਹੀਂ ਨਾ ਹੋ ਸਕਦੀ ਬਿਲਕੁਲ। ਇਹ ਤਾਂ ਨਹੀਂ ਨਾ ਮੰਨਿਆ ਜਾਂਦਾ ਕਿ ਆ ਪਾਰਟੀ ਮਾੜੀ ਹੈ ਤੇ ਆ ਪਾਰਟੀ ਚੰਗੀ ਆ, ਗੱਲ ਤੇ ਉਸ ਦੇ ਵਿੱਚ ਅਸੂਲਾਂ ਦੀ ਹੈ ਨਾ। ਹੁਣ ਕਾਂਗਰਸ ਵੱਲ ਆਉਂਦੇ ਆ ਜੀ। ਕਾਂਗਰਸ ਦੀ ਆਪਣੀ ਸਮੱਸਿਆ ਇਹ ਹੈ ਕਿ ਕਾਂਗਰਸ ਕੇਂਦਰ ਦੀਆਂ ਕੁਝ ਅਜਿਹੀਆਂ ਨੀਤੀਆਂ ਨੇ ਜਿਸ ਵਿੱਚ ਪਰਿਵਾਰਵਾਦ ਵੀ ਹੈ ਜਾਂ ਕੇਂਦਰ ਦੇ ਕੁਝ ਇਹੋ ਜਿਹੇ ਫੈਸਲੇ ਰਹੇ ਨੇ ਜਿਨ੍ਹਾਂ ਕਰਕੇ ਉਹਨਾਂ ਵੱਲੋਂ ਕੋਈ ਠੋਸ ਫੈਸਲੇ ਲੈਣ ਦੀ ਜਿਹੜੀ ਇੱਕ ਆਸ ਹੈ ਸਾਨੂੰ ਵੱਝਦੀ ਹੈ ਉਹ ਖਤਮ ਹੋ ਜਾਂਦੀ ਉੱਥੇ ਆ ਕੇ ਕਿ ਉਹ ਲੈ ਨਹੀਂ ਸਕਦੇ ਕਿ ਉਹਨਾਂ ਆਪਣੇ ਵਿੱਚ ਊਣਤਾਂ ਆਈਆਂ ਨੇ ਜੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਕਿੰਨੀਆਂ ਇਹੋ ਜਿਹੀਆਂ ਉਦਾਹਰਨਾਂ ਹੋਣਗੀਆਂ ਜਦੋਂ ਇੱਕ ਪਾਰਟੀ ਨੇ ਇੱਕ ਆਪਣਾ ਉਮੀਦਵਾਰ ਕਿਸੇ ਹਲਕੇ ਦੇ ਵਿੱਚ ਖੜਾ ਕਰ ਦਿੱਤਾ, ਇਹ ਪਾਰਟੀ ਨੇ ਕਰ ਦਿੱਤਾ, BCD ਹੋ ਗਈਆਂ, ਫਿਰ ਇੱਕ ਜਿਹੜਾ ਜਿਹਨੂੰ ਨਹੀਂ ਟਿਕਟ ਮਿਲੀ ਉਹ ਆਜ਼ਾਦ ਖੜਾ ਹੋ ਜਾਂਦਾ ਹੈ, ਉਹ ਜਿੱਤ ਜਾਂਦਾ ਹੈ ਜਾਂ ਜਿੱਤ ਜਾਂਦੀ ਹੈ ਤੇ ਫਿਰ ਅਗਲੀਆਂ ਚੋਣਾਂ ਦੇ ਵਿੱਚ ਕੋਈ ਨਾ ਕੋਈ ਪਾਰਟੀ ਉਹਨੂੰ ਕਾਬੂ ਕਰ ਲੈਂਦੀ ਹੈ ਬਿਲਕੁਲ। ਜਿਸ ਉਮੀਦਵਾਰ ਨੇ ਤੁਹਾਡੀ ਪਾਰਟੀ ਨੂੰ ਹਰਾਉਣ ਲਈ ਪੂਰੀ ਵਾਹ ਲਾਈ ਹੋਵੇ ਇੱਕ ਚੋਣ ਪਹਿਲਾਂ ਤੁਸੀਂ ਉਸ ਨੂੰ ਸ਼ਾਮਲ ਕਰਕੇ ਸਿਰਫ ਇਸ ਕਰਕੇ ਕਿ ਜੇਤੂ ਉਮੀਦਵਾਰ ਹੈ ਤੇ ਜੇਤੂ ਦੀ ਬੱਲੇ ਬੱਲੇ ਹੋਣੀ ਚਾਹੀਦੀ ਹੈ ਤੇ ਤੁਸੀਂ ਜਿਹੜਾ ਉਸ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲੈਂਦੇ ਹੋ। ਕਦਰਾਂ ਕੀਮਤਾਂ ਬਾਰੇ ਉਹ ਕੁਝ ਜਾਣਦਾ ਹੋਵੇ ਚਾਹੇ ਨਾ ਜਾਣਦਾ ਹੋਵੇ, ਇਸ ਗੱਲ ਦਾ ਕੋਈ ਲੋੜ ਨਹੀਂ ਜਾਣਨ ਦੀ ਜੀ। ਤੇ ਫਿਰ ਉਹ ਵਿਅਕਤੀ ਜਿਹੜਾ ਹੈ ਉਹ 2 ਸਾਲ 4 ਸਾਲ 5 ਸਾਲ ਇੱਕ ਪਾਰਟੀ ਦਾ ਉਹਦੇ ਆਗੂਆਂ ਦਾ ਉਹਦੀਆਂ ਨੀਤੀਆਂ ਦਾ ਸੋਲੇ ਫੜਦਾ ਤੇ ਅਗਲੀ ਵਾਰੀ ਉਹ ਪਾਰਟੀ ਬਦਲ ਲੈਂਦਾ ਤੇ ਹੋਰ ਪਾਸੇ ਜਾ ਪੈਂਦਾ ਜੀ। ਕਾਂਗਰਸ ਨੇ ਇਹ ਜਿਹੜੀਆਂ ਸਮੱਸਿਆਵਾਂ ਛੇੜੀਆਂ ਹੋਈਆਂ ਨੇ, ਜਿਹੜਾ ਤੁਹਾਡਾ ਸਵਾਲ ਸੀ, ਇਹ ਆਪ ਹੀ ਛੇੜੀਆਂ ਹੋਈਆਂ ਨੇ, ਇਸ ਵਿੱਚ ਕੋਈ ਦੂਸਰਾ ਵਿਅਕਤੀ ਜ਼ਿੰਮੇਵਾਰ ਨਹੀਂ ਜੀ। ਜੇ ਅਸੀਂ ਗੱਲ ਕਰੀਏ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਨੇ ਇਸ ਵੇਲੇ ਬਟਾਲੇ ਤੋਂ ਆਪਣੇ ਬੇਟੇ ਲਈ ਟਿਕਟ ਦਾ ਜ਼ੋਰ ਲਾ ਰਹੇ ਨੇ ਜੀ। ਰਾਣਾ ਗੁਰਜੀਤ ਸਿੰਘ ਸੁਲਤਾਨਪੁਰ ਲੋਧੀ ਤੋਂ ਬੇਟੇ ਦੀ ਟਿਕਟ ਵਾਸਤੇ ਜ਼ੋਰ ਲਾ ਰਹੇ ਨੇ। ਟਿਕਟ ਵਾਸਤੇ ਨਹੀਂ, ਉਹ ਜਿਸ ਪਾਰਟੀ ਵਿੱਚ ਹਨ ਉਸ ਪਾਰਟੀ ਦੇ ਉਮੀਦਵਾਰ ਨੂੰ ਸਿੱਧਾ ਚੈਲੰਜ ਕਰ ਰਹੇ ਨੇ ਬਿਲਕੁਲ। ਬਗਾਵਤੀ ਸੁਰਾਂ ਉਹਨਾਂ ਦੀਆਂ ਦੂਰ ਤੱਕ ਪਹੁੰਚ ਰਹੀਆਂ ਹੋਈਆਂ ਤੇ ਹਾਈ ਕਮਾਨ ਸੁੱਤੀ ਹੋਈ ਹੈ। ਹਾਈ ਕਮਾਨ ਇਹਨਾਂ ਗੱਲਾਂ ਨੂੰ ਖੁਦ ਉਹਨਾਂ ਨੇ ਜਿਹੜਾ ਹੈ ਹਵਾ ਦਿੱਤੀ ਆ ਆਪਣੇ ਸਮੇਂ ਤੇ ਹੁਣ ਉਹਨਾਂ ਨੂੰ ਭੁਗਤਣਾ ਪੈ ਰਿਹਾ ਜੀ। ਜੇ ਉਹਨਾਂ ਨੇ ਇੱਕ ਕਲਚਰ ਹੀ ਕ੍ਰੀਏਟ ਕਰ ਲਿਆ ਕਿ ਜਿਹੜਾ ਮਰਜ਼ੀ ਚੈਲੰਜ ਕਰ ਦੇਵੇ ਤੇ ਫਿਰ ਕੋਈ ਗੱਲ ਨਹੀਂ। ਹੁਣ ਕੈਪਟਨ ਅਮਰਿੰਦਰ ਸਿੰਘ ਵੀ ਤਾਂ ਇਹੋ ਆਖ ਰਿਹਾ ਸੀ ਭਾਵੇਂ ਕਿ ਉਹਨਾਂ ਦੀ ਗੱਲ ਜਾਇਜ਼ ਨਹੀਂ ਸੀ, ਕਿਉਂਕਿ ਜੇ ਉਹਨਾਂ ਨੂੰ ਲੈਜਿਸਲੇਟਿਵ ਪਾਰਟੀ ਦਾ ਜਿਹੜਾ ਗਰੁੱਪ ਹੈ ਜਿਹੜਾ ਕਾਂਗਰਸ ਦਾ, ਜੇ ਉਹਦਾ ਉਹਨਾਂ ਨੂੰ ਜਿਹੜਾ ਸਪੋਰਟ ਹੈ ਹਾਸਲ ਨਹੀਂ ਸੀ ਤਾਂ ਫਿਰ ਮੁੱਖ ਮੰਤਰੀ ਤੇ ਉਹਦੇ ਤੇ ਬਣੇ ਰਹਿਣ ਦਾ ਤਾਂ ਕੰਮ ਹੀ ਕੋਈ ਨਹੀਂ ਸੀ ਬਿਲਕੁਲ। ਉਹ ਇਹੋ ਹੀ ਗੱਲ ਕਰ ਰਹੇ ਸੀ ਕਿ ਦੇਖੋ ਮੈਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਇਸ ਤਰ੍ਹਾਂ ਹੋ ਗਈ, ਪਰ ਇਸ ਤਰ੍ਹਾਂ ਹੁੰਦਾ ਨਹੀਂ। ਜਿਹੜੇ ਬਾਗੀ ਹਨ ਉਹ ਕਹਿੰਦੇ ਸੀ ਨਵਜੋਤ ਸਿੰਘ ਸਿੱਧੂ ਬਾਗੀ ਹੈ, ਨੇ ਬਾਗੀ ਆਵਾਜ਼ ਉਠਾਈ ਹੈ, ਇਸ ਤਰ੍ਹਾਂ ਕੀਤਾ ਹੈ, ਇਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹ ਮੁੱਦਿਆਂ ਦੀ ਗੱਲ ਸੀ, ਪਾਰਟੀ ਵਿੱਚ ਰਹਿ ਕੇ ਉਸਨੇ ਮੁੱਦਿਆਂ ਦੀ ਰੈਸ਼ਨਲ ਲੈਵਲ ਤੇ ਲਿਆ ਕੇ ਗੱਲ ਕੀਤੀ ਸੀ, ਨਾ ਕਿ ਪਾਰਟੀ ਦੇ ਖਿਲਾਫ ਕੋਈ ਕਾਰਵਾਈ ਕੀਤੀ ਸੀ। ਇਸ ਵਿੱਚ ਫਰਕ ਸਮਝਣ ਦੀ ਲੋੜ ਹੈ ਜੀ। ਪਾਰਟੀ ਦੇ ਵਿੱਚ ਰਹਿ ਕੇ ਪਰਿਵਾਰ ਦੀ ਇੱਕ ਗੱਲ ਲਾ ਲਈਏ, ਇੱਕ ਪਰਿਵਾਰ ਵਾਂਗ ਹੁੰਦੀ ਹੈ ਪਾਰਟੀ। ਇੱਕ ਪਰਿਵਾਰ ਦੇ ਵਿੱਚ ਰਹਿ ਕੇ ਪਰਿਵਾਰ ਵਿਚਲੀਆਂ ਸਮੱਸਿਆਵਾਂ ਨੂੰ ਉਠਾਉਣਾ ਤੇ ਉਹਨਾਂ ਨੂੰ ਸੁਲਝਾਉਣ ਦਾ ਯਤਨ ਕਰਨਾ ਤੇ ਉਸ ਵਿੱਚ ਚੰਗੀ ਮਾੜੀ ਗੱਲ ਨੂੰ ਦਾ ਨਿਤਾਰਾ ਕਰਨਾ ਇੱਕ ਵੱਖਰੀ ਗੱਲ ਹੈ। ਤੇ ਇੱਕ ਆਊਟਰਾਈਟਲੀ ਦੂਸਰੇ ਪਾਸੇ ਜਾ ਕੇ ਚੈਲੰਜ ਕਰਨਾ ਤੇ ਫਿਰ ਉਹਨਾਂ ਨੂੰ ਆਖਣਾ ਕਿ ਤੁਸੀਂ ਹੁਣ ਜੋ ਕਰਨਾ ਕਰ ਲਓ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਕਰਾਂਗਾ। ਫਿਰ ਪਾਰਟੀ ਨੂੰ ਆਪਣਾ ਸਟਰਕਚਰ ਜਿਹੜਾ ਹੈ ਉਸ ਨੂੰ ਦਰੁਸਤ ਕਰਨ ਦੀ ਲੋੜ ਹੈ। ਇੱਕ ਪਾਸੇ ਤਾਂ ਤੁਸੀਂ ਦੂਸਰੇ ਸੂਬਿਆਂ ਤੋਂ ਲਿਆ ਕੇ
ਕਦੀ ਹਿਮਾਚਲ ਤੋਂ ਕਦੀ ਉੱਤਰਾਖੰਡ ਤੋਂ ਤੁਸੀਂ ਇੰਚਾਰਜ ਇੱਥੇ ਬਿਠਾਏ ਹੋਏ ਨੇ ਪੰਜਾਬ ਵਿੱਚ, ਤੇ ਜੋ ਸਾਂਭ ਹੀ ਨਹੀਂ ਸਕਦੇ ਇਹਨਾਂ ਸਾਰੀਆਂ ਗੱਲਾਂ ਨੂੰ, ਫਿਰ ਉਹਨਾਂ ਦੀ ਲੋੜ ਵੀ ਕੀ ਹੈ? ਬਿਲਕੁਲ। ਸੋ ਇਹ ਕਾਂਗਰਸ ਪਾਰਟੀ ਨੂੰ ਦੁਬਾਰਾ ਵਿਚਾਰ ਕਰਨੀ ਚਾਹੀਦੀ ਆਪਣੀ ਨੀਤੀ ਤੇ। ਇਸ ਤਰ੍ਹਾਂ ਦੀਆਂ ਗੱਲਾਂ ਨੂੰ ਖੁਦ ਹਵਾ ਦੇ ਰਹੇ ਨੇ ਉਹ ਜਿਹੜੇ ਵਿਅਕਤੀ ਕੱਲ ਤੱਕ ਇਹਨਾਂ ਦੀ ਟਿਕਟ ਦੇ ਦਾਅਵੇਦਾਰ ਸੀ, ਅੱਜ ਇਹਨਾਂ ਦੇ ਖਿਲਾਫ ਇਸ ਤਰ੍ਹਾਂ ਦੀਆਂ ਗੱਲਾਂ ਬੋਲ ਰਹੇ ਨੇ। ਮੈਂ ਮੋਗਾ ਤੋਂ ਹਰਜੋਤ ਕਮਲ ਦੀ ਲੈਂਗੁਏਜ ਸੁਣ ਰਿਹਾ ਸੀ, ਉਹਨਾਂ ਨੇ ਵੀ ਇਸ ਤਰ੍ਹਾਂ ਦੇ ਭੱਦੇ ਲਫ਼ਜ਼ ਵਰਤੇ ਨੇ ਜਿਹੜੇ ਅਸੀਂ ਇੱਥੇ ਵਰਤ ਨਹੀਂ ਸਕਦੇ। ਸੋ ਇਹ ਹਾਲਤ ਹੈ ਇਸ ਵੇਲੇ। ਬਾਕੀ ਸੁਰਾਂ ਹੋਰ ਵੀ ਬਹੁਤ ਤੇਜ਼ ਹੋਣਗੀਆਂ। ਖਰੜ ਤੋਂ ਵੀ ਇੱਕ ਇਹਨਾਂ ਦੇ ਯੂਥ ਕਾਂਗਰਸ ਦੇ ਜਿਹੜੇ ਨੇ ਆਗੂ ਜਿਹੜੇ ਨੇ ਉਹ ਬਗਾਵਤ ਦੇ ਵਿੱਚ ਖੜੇ ਹੋ ਗਏ ਨੇ। ਹੋਰ ਕਈ ਜਗ੍ਹਾ ਤੋਂ ਸਤਵਿੰਦਰ ਬਿੱਟੀ ਹੈ, ਪਤਾ ਨਹੀਂ ਕਿਹਦੀਆਂ ਆਵਾਜ਼ਾਂ ਆ ਰਹੀਆਂ ਨੇ। ਅਸੀਂ ਦੇਖਾਂਗੇ ਅਸੀਂ ਕੀ ਕਰਨਾ ਹੈ। ਅਕਾਲੀ ਦਲ ਨੂੰ ਵੀ ਕਈ ਸੀਟਾਂ ਤੇ ਇਹੋ ਜਿਹੇ ਇਸੇ ਤਰ੍ਹਾਂ ਦੇ ਉਮੀਦਵਾਰਾਂ ਦਾ ਸਾਹਮਣਾ ਹੈ, ਪਰ ਹਾਈ ਕਮਾਨ ਦੇ ਵਿੱਚ ਦਮ ਨਹੀਂ ਹੈ ਕਾਂਗਰਸ ਦੇ ਕਿ ਉਹ ਠੋਸ ਫੈਸਲੇ ਲੈ ਸਕੇ। ਉਹ ਜੋ ਇਸ ਤੋਂ ਪੈਦਾ ਹੋਣ ਵਾਲੀਆਂ ਪ੍ਰਸਥਿਤੀਆਂ ਨੇ ਉਹਨਾਂ ਤੋਂ ਸ਼ਾਇਦ ਡਰੇ ਹੋਏ ਨੇ। ਜੀ ਕੁਲਦੀਪ ਜੀ, ਜਿਵੇਂ ਕਿ ਤੁਸੀਂ ਹੁਣੇ ਹੀ ਕਿਹਾ ਹੈ ਕਿ ਜਿਹੜੀਆਂ ਪਾਰਟੀਆਂ ਹੈ ਉਹ ਇਹੀ ਆਸ ਕਰਦੀਆਂ ਨੇ ਤੇ ਆਪਣੀ ਪਾਰਟੀ ਦੇ ਵਿੱਚ ਉਹ ਉਹਨਾਂ ਹੀ ਉਮੀਦਵਾਰਾਂ ਨੂੰ ਜਾਂ MLAs ਜਿਹੜੇ ਹੁੰਦੇ ਆ, ਜਿਹੜੇ ਜਿੱਤ ਚੁੱਕੇ ਹੁੰਦੇ ਆ, ਉਹਨਾਂ ਨੂੰ ਹੀ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਦੇ ਵਿੱਚ ਸ਼ਾਇਦ ਆਪਣੀ ਭਲਾਈ ਹੀ ਸਮਝਦੀਆਂ। ਤੁਹਾਨੂੰ ਕਿਉਂ ਲੱਗਦਾ ਹੈ ਕਿ ਸਾਰੇ ਜਿਹੜੇ ਪਾਰਟੀਆਂ ਨੇ ਉਹ ਜੇਤੂ ਉਮੀਦਵਾਰਾਂ ਨੂੰ ਕਿਉਂ ਆਪਣੀਆਂ ਪਾਰਟੀਆਂ ਵਿੱਚ ਸ਼ਾਮਿਲ ਕਰਨਾ ਚਾਹੁੰਦੀਆਂ ਨੇ? ਦੇਖੋ, ਗੱਲ ਫਿਰ ਉਹੀ ਆ ਜਾਂਦੀ ਹੈ ਜੀ, ਇੱਥੇ ਕੋਈ ਅਸੂਲਾਂ ਦੀ ਜਾਂ ਪਾਰਟੀ ਸੰਵਿਧਾਨ ਦੀ ਤੇ ਗੱਲ ਜਿਹੜੀ ਆ ਉਹ ਰਹੀ ਨਾ। ਹੁਣ ਹਰ ਇੱਕ ਪਾਰਟੀ ਦਾ ਆਪਣਾ ਤੌਰ ਤਰੀਕਾ ਹੈ। ਬਿਲਕੁਲ। ਜਿਹੜਾ ਜਦੋਂ ਜੇ ਅਸੀਂ ਰਾਜਨੀਤੀ ਸ਼ਾਸਤਰ ਪੜ੍ਹਦੇ ਹਾਂ, ਪੋਲੀਟੀਕਲ ਸਾਇੰਸ, ਤਾਂ ਉਸ ਦੇ ਵਿੱਚ ਜਿਹੜੀਆਂ ਭਾਰਤ ਦੀਆਂ ਪ੍ਰਮੁੱਖ ਪਾਰਟੀਆਂ ਜਿਹੜੇ ਵਿਦਿਆਰਥੀ ਹੋਣਗੇ ਜਾਣਦੇ ਹੋਣਗੇ, ਬਲਕਿ ਵਿਦੇਸ਼ਾਂ ਦੀਆਂ ਪਾਰਟੀਆਂ ਦਾ ਵੀ ਉਸ ਵਿੱਚ ਜ਼ਿਕਰ ਹੈ ਕਿ ਆਹ ਪਾਰਟੀ ਆ, ਉਸ ਦਾ ਆਹ ਕਹਿਣਾ ਹੈ। ਕੈਨੇਡਾ ਦੇ ਵਿੱਚ 2 ਜਾਂ 3 ਵੱਡੀਆਂ ਪਾਰਟੀਆਂ ਨੇ, ਲਿਬਰਲ ਪਾਰਟੀ ਹੈ, ਕੰਜ਼ਰਵੇਟਿਵ ਪਾਰਟੀ ਹੈ ਤੇ ਨਿਊ ਡੈਮੋਕ੍ਰੈਟਿਕ ਪਾਰਟੀ ਹੈ। ਤਿੰਨਾਂ ਦਾ ਵੱਖਰਾ ਪਲੇਟਫਾਰਮ ਹੈ। ਹੁਣ ਜਿਹੜੇ ਕੰਜ਼ਰਵੇਟਿਵ ਨੇ, ਜੇ ਉਸਨੂੰ ਪੰਜਾਬੀ ਵਿੱਚ ਟਰਾਂਸਲੇਟ ਕੀਤਾ ਜਾਵੇ ਤਾਂ ਤੰਗ ਖਿਆਲੀ ਨੇ। ਲਿਬਰਲਸ ਨੂੰ ਪੰਜਾਬੀ ਵਿੱਚ ਲਫ਼ਜ਼ ਨੂੰ ਟਰਾਂਸਲੇਟ ਕੀਤਾ ਜਾਵੇ ਤਾਂ ਖੁੱਲੇ ਵਿਚਾਰਾਂ ਵਾਲੇ ਲੋਕ ਨੇ। NDP ਵਾਲੇ ਨਿਊ ਡੈਮੋਕ੍ਰੈਟਿਕ ਪਾਰਟੀ ਨੇ। ਜੇ ਸਿਧਾਂਤਕ ਤੌਰ ਤੇ ਗੱਲ ਕਰੀਏ ਤੇ NDP ਤੇ ਲਿਬਰਲ ਜੋ ਇਸ ਵੇਲੇ ਸਰਕਾਰ ਚੱਲ ਰਹੀ ਹੈ, ਜਸਟਿਨ ਟਰੂਡੋ ਦੀ ਕੈਨੇਡਾ ਵਿੱਚ, ਮਾਫ ਕਰਨਾ ਮੈਂ ਉਧਰ ਨੂੰ ਲੈ ਗਿਆ, ਲਿਬਰਲ ਸਰਕਾਰ ਜੋ ਚੱਲ ਰਹੀ ਹੈ ਉਸ ਨੂੰ ਸਪੋਰਟ ਜਿਹੜੀ ਉਹ NDP ਦੀ ਹੈ, ਜਿਸ ਦੇ ਆਗੂ ਜਗਮੀਤ ਸਿੰਘ ਨੇ। ਦੋਨਾਂ ਦਾ ਸਿਧਾਂਤਕ ਜਿਹੜਾ ਹੈ ਮੇਲ ਮਿਲਾਪ ਕਾਫੀ ਹੱਦ ਤੱਕ ਉਹਨਾਂ ਵਿੱਚ ਉਹ ਮੇਲ ਖਾਂਦਾ ਹੈ। ਉਸ ਵਿੱਚ ਜ਼ਿਆਦਾ ਅੰਤਰ ਨਹੀਂ ਹੈ, ਜਦਕਿ ਕੰਜ਼ਰਵੇਟਿਵ ਨਾਲ ਅੰਤਰ ਹੈ। ਹੁਣ ਜਦੋਂ ਪਾਰਟੀਆਂ ਇੱਕ ਦੂਸਰੇ ਦੀ ਸਪੋਰਟ ਕਰਨਗੀਆਂ ਜਾਂ ਗੱਲ ਕਰਨਗੀਆਂ, ਕੁਛ ਨਾ ਕੁਛ ਤੇ ਉਹਨਾਂ ਦੀ ਸਟੱਡੀ ਹੋਣੀ ਚਾਹੀਦੀ ਨਾ ਮੈਂਬਰਾਂ ਦੀ। ਬਿਲਕੁਲ। ਵੀ ਕਿੰਨੀ ਦੇਰ ਤੋਂ ਜੁੜੇ ਹੋਏ ਸੀ ਤੁਸੀਂ, ਕੀ ਕੀਤਾ ਪਾਰਟੀ ਲਈ। ਇੱਕ ਨੋਮੀਨੇਸ਼ਨ ਪ੍ਰਕਿਰਿਆ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ 'ਚ ਹੋਣੀ ਚਾਹੀਦੀ ਹੈ। ਰਾਤੋਂ ਰਾਤ ਪਾਰਟੀਆਂ ਬਦਲ ਕੇ ਦੂਜੇ ਪਾਸੇ, ਜਿਵੇਂ ਐਂਟੀ ਡਿਫੈਕਸ਼ਨ ਕਾਨੂੰਨ ਜਿਹੜਾ ਬਣਿਆ ਹੋਇਆ ਹੈ, ਉਸੇ ਤਰ੍ਹਾਂ ਇਹ ਵੀ ਬਣਨਾ ਚਾਹੀਦਾ ਹੈ ਕਿ ਅੱਜ ਪਾਰਟੀ ਬਦਲ ਕੇ ਕੱਲ ਨੂੰ ਕੋਈ ਹੋਰ ਪਾਸੇ ਜਾਂਦਾ ਹੈ ਤੇ ਉਹਨੂੰ ਟਿਕਟ ਨਾ ਦਿੱਤੀ ਜਾਵੇ। ਘੱਟੋ ਘੱਟ 6 ਮਹੀਨੇ ਦਾ ਜਾਂ ਸਾਲ ਦਾ ਸਮਾਂ ਹੋਵੇ ਤਾਂ ਕਿ ਲੋਕਾਂ ਨੂੰ ਵੀ ਇਹ ਸਮਝਣ ਵਿੱਚ ਪਤਾ ਲੱਗੇ ਕਿ ਇਹ ਵਿਅਕਤੀ ਅਸਲ ਵਿੱਚ ਕਿਹੋ ਜਿਹੇ ਵਿਚਾਰਾਂ ਦਾ, ਜਾਂ ਇਹ ਜਿਹੜਾ ਪਾਸਾ ਭਾਰਾ ਦੇਖਦਾ ਉਧਰ ਨੂੰ ਹੋ ਜਾਂਦਾ ਹੈ, ਜਾਂ ਪਾਰਟੀਆਂ ਇਹ ਕੰਮ ਕਰ ਰਹੀਆਂ ਨੇ ਕਿ ਦੇਖਦੀਆਂ ਨੇ, ਸਕੈਨਿੰਗ ਕਰਦੀਆਂ ਨੇ, ਅੱਛਾ ਇੱਥੋਂ ਆ ਵਿਅਕਤੀ ਦੀ ਜ਼ਿਆਦਾ ਸੇ ਹੈ, ਭਾਵੇਂ ਅਕਾਲੀ ਦਲ ਵਿੱਚ ਹੈ, ਭਾਵੇਂ ਬਹੁਜਨ ਸਮਾਜ ਪਾਰਟੀ 'ਚ ਹੈ, ਚਾਹੇ ਕਾਂਗਰਸ ਵਿੱਚ ਹੈ, ਭਾਜਪਾ ਵਿੱਚ ਹੈ, ਇਹਨੂੰ ਖਿੱਚ ਲਈਏ, ਇਹਨੂੰ ਲੈ ਆਈਏ ਤੇ ਫਿਰ ਜਿੱਤ ਜਾਵਾਂਗੇ। ਇਹ ਜਿਹੜੀਆਂ ਗੱਲਾਂ ਨੇ ਸਾਡੀਆਂ ਲੋਕਤੰਤਰਿਕ ਪ੍ਰਕਿਰਿਆਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੀਆਂ ਨੇ ਔਰ ਭੰਬਲ ਭੂਸੇ ਵਾਲੀ ਸਥਿਤੀ ਜਿਹੜੀ ਹੈ ਪੈਦਾ ਹੋਈ ਹੈ ਨਾ। ਅੱਛਾ, ਇੱਕ ਗੱਲ ਹੋਰ ਹੈ, ਜਿਹੜੇ ਵਿਧਾਇਕ ਜਿਹੜੇ ਨੇ ਜਾਂ ਜਿੱਤੇ ਹੋਏ ਨੇ ਜਾਂ ਹਾਰੇ ਹੋਏ ਉਮੀਦਵਾਰ ਨੇ, ਜੋ ਵੀ ਤੁਸੀਂ ਉਹਨਾਂ ਨੂੰ ਮਰਜ਼ੀ ਆਖ ਲਓ, ਇੱਕ ਵਾਰੀ ਪਾਰਟੀ ਬਦਲਣ ਲਈ ਥੋੜਾ ਜਿਹਾ ਢੀਠ ਹੋਣਾ ਪੈਂਦਾ ਹੈ। ਦੂਸਰੀ ਵਾਰੀ ਤਾਂ ਫਿਰ ਗੱਲ ਹੀ ਕੋਈ ਨਹੀਂ। ਫਿਰ ਤੀਸਰੀ ਵਾਰੀ, ਚੌਥੀ ਵਾਰੀ, ਕਿੰਨੀ ਵਾਰੀ ਤੁਸੀਂ ਬਦਲ ਲੈਂਦੇ ਹੋ, ਕਦੀ ਕਿਹਦੇ ਵਿੱਚ ਸੀ, ਕਦੀ ਕਿਸ ਵਿੱਚ ਸੀ, ਤੇ ਕਿਸੇ ਨੂੰ, ਲੋਕਾਂ ਨੂੰ ਵੀ ਯਾਦ ਨਹੀਂ ਰਹਿੰਦਾ। ਹਾਂ, ਪਾਰਟੀ ਬਦਲਣੀ ਕੋਈ ਗੁਨਾਹ ਨਹੀਂ ਹੈ, ਪਰ ਮਾੜਾ ਮੋਟਾ ਕੋਈ ਸਿਸਟਮ ਤਾਂ ਹੋਵੇ। ਜਿਵੇਂ ਪ੍ਰਗਟ ਸਿੰਘ ਅਕਾਲੀ ਦਲ ਵੱਲੋਂ ਪਹਿਲਾਂ ਵਿਧਾਇਕ ਸਨ, ਕਾਂਗਰਸ ਵੱਲੋਂ ਹੁਣ ਘੱਟੋ ਘੱਟ 2 ਟਰਮ ਤੋਂ ਤੁਹਾਨੂੰ ਜੇ ਉਹ ਵਾਪਸ ਕਿਸੇ ਹੋਰ ਦੇ ਵਿੱਚ ਜਾਂਦੇ ਨੇ ਜਾਂ ਕੋਈ ਫਿਰ ਮਾੜਾ ਮੋਟਾ ਕੁਐਸਚਨ ਤੇ ਹੋਣਾ ਚਾਹੀਦਾ ਕਿ ਤੁਸੀਂ ਸਿਧਾਂਤਕ ਤੌਰ ਤੇ ਕਿਸ ਨਾਲ ਜੁੜੇ ਹੋ। ਤੁਹਾਨੂੰ ਇੱਕ ਵਾਰੀ ਆਹ ਠੀਕ ਲੱਗਦਾ, ਦੂਸਰੀ ਵਾਰੀ ਤੁਹਾਨੂੰ ਆਹ ਠੀਕ ਲੱਗਦਾ, ਤੀਸਰੀ ਵਾਰੀ ਆਹ ਠੀਕ ਲੱਗਦਾ, ਤੇ ਲੋਕ ਫਿਰ ਕੀ ਕਰਨਗੇ? ਜਿਹੜੇ ਲੋਕ ਪਾਰਟੀ ਕਾਡਰ ਦੇ ਨਾਲ ਜੁੜੇ ਹੋਏ ਹੁੰਦੇ ਨੇ ਜਾਂ ਕਿਸੇ ਜਿਵੇਂ ਸਪੋਰਟਰ ਹੁੰਦੇ ਨੇ ਹਰ ਇੱਕ ਪਾਰਟੀ ਦੇ, ਚਾਹੇ ਉਸਦੇ ਖਿਆਲਾਂ ਦੇ ਨਾਲ ਜੁੜੇ ਹੋਏ ਹੋਣ ਜਾਂ ਉਸਦੇ ਸੰਵਿਧਾਨਕ ਤੌਰ ਤੇ ਜੁੜੇ ਹੋਏ ਹੋਣ, ਜਾਂ ਉਹਨਾਂ ਨੂੰ ਚੰਗੀ ਲੱਗਦੀ ਹੋਵੇ ਪਾਰਟੀ ਉਹਨਾਂ ਨੂੰ ਆਪਣੇ ਹੱਕਾਂ ਵਾਸਤੇ, ਤੇ ਫਿਰ ਉਹ ਕਿੱਥੇ ਜਾਣਗੇ ਲੋਕ? ਇਹ ਸਾਰੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮੈਂ ਸਮਝਦਾ ਕਿ ਬੈਡ ਇੰਪ੍ਰੈਸ਼ਨ ਜਿਹੜਾ ਕ੍ਰੀਏਟ ਕਰ ਰਹੀਆਂ ਨੇ, ਔਰ ਇਸ ਪ੍ਰਤੀ ਕੋਈ ਛੋਟਾ ਮੋਟਾ ਕਾਨੂੰਨ ਜ਼ਰੂਰ ਚਾਹੀਦਾ ਹੈ ਕਿ ਘੱਟੋ ਘੱਟ ਜੇ ਕੋਈ ਆਪਣੀ ਟਰਮ ਦੇ ਦੌਰਾਨ ਪਾਰਟੀ ਬਦਲਦਾ ਹੈ ਜਾਂ ਅਸਤੀਫਾ ਦਿੰਦਾ ਹੈ, ਅਸਤੀਫਾ ਦੇਣ ਦਾ ਮਤਲਬ ਅਸਤੀਫਾ ਹੋਣਾ ਚਾਹੀਦਾ ਹੈ। ਜੇ ਅੱਜ ਕੋਈ ਅਸਤੀਫਾ ਦਿੰਦਾ ਹੈ
ਤੇ ਉਹਨੂੰ ਫਿਰ ਉਹਦਾ ਮਨਜ਼ੂਰ ਹੋ ਜਾਣਾ ਚਾਹੀਦਾ। ਇਹ ਨਹੀਂ ਕਿ ਭਾਈ ਮੈਂ ਚਿੱਠੀ ਪਾਈ ਹੋਈ ਹੈ ਅਸਤੀਫੇ ਦੀ, ਵੇਖਦੇ ਹਾਂ ਕਦੋਂ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਹੈ। ਜੀ, ਹਾਲਾਂਕਿ ਕੁਲਦੀਪ ਜੀ ਅਸੀਂ ਚੰਗੀ ਤਰ੍ਹਾਂ ਦੇਖਦੇ ਹਾਂ ਕਿ ਇਸ ਵਾਰੀ ਕੁਝ ਪਾਰਟੀਆਂ ਵੱਲੋਂ ਇਹ ਵੀ ਹੋਇਆ ਕਿ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਟਿਕਟ ਦੀ ਲਾਲਸਾ ਨੂੰ ਗਏ ਜ਼ਰੂਰ ਹੈ, ਪਰ ਟਿਕਟ ਉਹਨਾਂ ਨੂੰ ਮਿਲੀ ਨਹੀਂ, ਹਾਲ ਉਹਨਾਂ ਦਾ ਫਿਰ ਉਹੀ ਰਿਹਾ। ਸੋ ਚਰਚਾ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਕੁਲਦੀਪ ਜੀ, ਹੁਣ ਤੱਕ ਅਸੀਂ ਗੱਲ ਕਰ ਰਹੇ ਸੀ ਕਾਂਗਰਸ ਦੀ ਤੇ ਨਾਲ ਹੀ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਹਾਈ ਕਮਾਨ ਹੈ, ਜਿਹੜੀ ਆਲਾ ਕਮਾਨ ਹੈ, ਉਹਦੇ ਵਿੱਚ ਉਹ ਦਮ ਨਹੀਂ ਰਿਹਾ ਜਾਂ ਉਹ ਫੈਸਲੇ ਉਸ ਤਰੀਕੇ ਨਾਲ ਨਹੀਂ ਰਹਿੰਦੀ ਜਿਵੇਂ ਕਿ ਪਹਿਲਾਂ ਲਏ ਜਾਂਦੇ ਸੀ ਹਾਈ ਕਮਾਂਡ ਵੱਲੋਂ। ਪਰ ਜੇ ਅਸੀਂ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਨਾਮਣਾ ਖੱਟਿਆ ਸੀ ਤੇ ਹੁਣ ਵੀ 94 ਸਾਲ ਦੇ ਹੋ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਫਿਰ ਇਸ ਵਾਰ ਲੰਬੀ ਤੋਂ ਚੋਣ ਲੜਨਗੇ। ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਜੀ। ਖੈਰ ਵਾਹਵਾ ਜੀਵਨ ਉਹਨਾਂ ਨੇ ਹੰਢਾਇਆ। ਇੱਕ ਵਾਰੀ ਮੈਂ ਦੇਖ ਰਿਹਾ ਸਾਂ ਜਦੋਂ ਪੰਜਾਬ ਦੇ ਵਿੱਚ ਕਬੱਡੀ ਦੇ ਵਰਲਡ ਕੱਪ ਅਕਾਲੀ ਸਰਕਾਰ ਵੱਲੋਂ ਕਰਵਾਏ ਜਾਂਦੇ ਸੀ ਜੀ, ਤੇ ਉੱਥੇ ਉਹ ਬੋਲ ਰਹੇ ਸਨ ਤੇ ਕਹਿੰਦੇ ਕਿ ਦੇਖੋ ਬਈ, ਮੈਂ ਕਬੱਡੀ ਕਦੇ ਨਹੀਂ ਖੇਡੀ ਪਰ ਸਿਆਸਤ ਦੀ ਕਬੱਡੀ ਬਹੁਤ ਖੇਡੀ ਹੈ ਤੇ ਜੇਤੂ ਵੀ ਰਹੇ ਆ। ਬਿਲਕੁਲ ਬਿਨਾਂ ਸ਼ੱਕ ਹੋ ਰਹੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। 94 ਸਾਲ ਉਮਰ ਹੈ ਜੀ, ਬਜ਼ੁਰਗ ਨੇ, ਹੋਸ਼ੋ-ਹਵਾਸ ਕਾਇਮ ਨੇ, ਠੀਕ ਨੇ। ਕਰੋਨਾ ਪੋਜ਼ਿਟਿਵ ਹੋ ਗਿਆ ਸੀ ਤੇ ਹਸਪਤਾਲ ਵੀ ਦਾਖਲ ਹੋ ਰਹੇ ਨੇ ਜੀ। ਉਹਨਾਂ ਨੇ ਕੁਝ ਤੇ ਜਗ੍ਹਾ ਤੇ ਜਾ ਕੇ ਛੋਟੀ ਮੋਟੀ ਕੰਪੇਨਿੰਗ ਵੀ ਕੀਤੀ ਤੇ ਜਿੱਥੇ ਉਹ ਕੁਝ ਲੋਕਾਂ ਨੂੰ ਮਿਲੇ, ਆਸ਼ੀਰਵਾਦ ਦਿੱਤਾ, ਲਿਆ। ਤੇ ਉਹਨਾਂ ਨੇ ਕੁਝ ਆਨਲਾਈਨ ਵੀਡੀਓ ਵੀ ਜਾਰੀ ਕੀਤੇ ਜਿਸ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਉਹਨਾਂ ਨੇ ਕੀਤੀ ਹੈ। ਮੈਨੂੰ ਥੋੜੀ ਜਿਹੀ ਹੈਰਾਨੀ ਹੋਈ ਉਸ ਮੰਗ ਤੋਂ ਜੀ। ਉਹ ਸਿੱਧੀ ਮੰਗ ਜਿਹੜੀ ਕੇਜਰੀਵਾਲ ਤੋਂ ਕੀਤੀ ਗਈ ਜੀ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਜਿਹੜੇ ਨੇ ਪੰਜਾਬ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਹਨਾਂ ਦੀ ਮੰਗ ਉੱਠਦੀ ਰਹੀ ਹੈ। ਧਰਮੀ ਫੌਜੀਆਂ ਨੂੰ ਕਿਸੇ ਪਾਸੇ ਲਾਉਣ ਦੀ, ਜਿਹੜੇ ਸਜ਼ਾ ਪੂਰੀ ਕਰ ਚੁੱਕੇ ਲੋਕ ਨੇ ਉਹਨਾਂ ਨੂੰ ਰਿਹਾ ਕਰਨ ਦੀ, ਤੇ ਬਾਦਲ ਸਾਹਿਬ ਉਦੋਂ ਇਸ ਨੂੰ ਹੱਸ ਕੇ ਟਾਲ ਦਿੰਦੇ ਰਹੇ ਨੇ ਜੀ। ਤੇ ਹੁਣ ਕੇਜਰੀਵਾਲ ਨੂੰ ਅਪੀਲ ਕਰਨੀ ਦਾ ਮਤਲਬ ਸਿੱਧਾ ਹੈ ਕਿ ਉਹ ਆਮ ਆਦਮੀ ਪਾਰਟੀ ਤੇ ਸਵਾਲ ਚੁੱਕ ਰਹੇ ਨੇ। ਬਿਲਕੁਲ, ਉਹਨਾਂ ਨੇ ਇੰਨੀ ਕੀ ਸ਼ਮੂਲੀਅਤ ਕੀਤੀ ਹੈ ਅਜੇ ਤੱਕ ਕੈਂਪੇਨਿੰਗ ਦੇ ਵਿੱਚ, ਤੇ ਲੰਬੀ ਤੋਂ ਉਹਨਾਂ ਤੇ ਫੈਸਲਾ ਖੁਦ ਤੇ ਛੱਡ ਦਿੱਤਾ ਗਿਆ ਜੀ। ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਕਿ ਇਹ ਫੈਸਲਾ ਉਹਨਾਂ ਨੇ ਕਰਨਾ ਹੈ, ਅਸੀਂ ਨਹੀਂ ਇਹ ਡਿਸਾਈਡ ਕਰਨਾ। ਉਹ ਚੋਣ ਲੜ ਲੈਣ, ਕਿਸੇ ਨੂੰ ਟਿਕਟ ਦੇ ਦੇਣੀ ਉਹਨਾਂ ਦੀ ਮਰਜ਼ੀ ਹੈ। ਖੈਰ, ਉਹ ਖੁਦ ਉਮੀਦਵਾਰ ਬਣ ਗਏ ਨੇ ਤੇ ਉਹਨਾਂ ਨੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰ ਰਿਹਾ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਭੋਗ ਪਏ ਨੇ ਤੇ ਉਦਘਾਟਨ ਹੋ ਗਿਆ ਤੇ ਹੁਣ ਕੈਂਪੇਨਿੰਗ ਚੱਲੇਗੀ। ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ, ਉਹਨਾਂ ਦੇ ਲੜਨ ਬਾਰੇ ਛੱਛੋ-ਪੰਜ ਵਿੱਚ ਅਕਾਲੀ ਦਲ ਸੀ, ਇਹ ਗੱਲ ਪੱਕੀ ਹੈ। ਉਹ ਇਸ ਕਰਕੇ ਜੇ ਉਹਨਾਂ ਨੇ ਲੜਨੀ ਹੁੰਦੀ ਚੋਣ ਤੇ ਜਦੋਂ ਫੌਜਾਂ ਜਿਹੜੀਆਂ ਨੇ ਮੈਦਾਨੇ ਜੰਗ ਵਿੱਚ ਜਾਂਦੀਆਂ ਨੇ, ਜੇ ਉਹਨਾਂ ਕੋਲ ਕੋਈ ਜਰਨੈਲ ਤਕੜਾ ਹੋਵੇ ਤੇ ਫਿਰ ਉਸਦਾ ਨਾਮ ਪਹਿਲਾਂ ਦੱਸਿਆ ਜਾਂਦਾ ਹੈ ਕਿ ਆਹ ਭਾਈ ਸਾਡੇ ਕੋਲ ਇੰਨੇ ਐਕਸਪੀਰੀਅੰਸ ਵਾਲਾ ਬੰਦਾ ਹੈ, ਕਾਇਮ ਦਾ ਹੈ ਤੇ ਇਸ ਜਰਾ ਸੋਚ ਸਮਝ ਕੇ ਆਇਓ ਜੇ। ਤੇ ਪ੍ਰਕਾਸ਼ ਸਿੰਘ ਬਾਦਲ ਹੁਣੀ ਜੇ ਉਹਨਾਂ ਦਾ ਨਾਮ ਪਹਿਲਾਂ ਤੋਂ ਐਲਾਨਿਆ ਜਾਂਦਾ ਤੇ ਗੱਲ ਕੁਝ ਹੋਰ ਹੋਣੀ ਸੀ। ਜਲਾਲਾਬਾਦ ਤੋਂ ਸੁਖਬੀਰ ਬਾਦਲ ਤੇ ਮਜੀਠੀਏ ਤੋਂ ਬਿਕਰਮ ਸਿੰਘ ਮਜੀਠੀਆ ਪਹਿਲਾਂ ਐਲਾਨੇ ਜਾ ਚੁੱਕੇ ਨੇ, ਤਿੰਨੇ ਹੀ ਦਿੱਗਜ ਨੇ। ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਦਾ ਐਲਾਨ ਲੇਟ ਕਰਨਾ ਅਕਾਲੀ ਦਲ ਦੀ ਥੋੜੀ ਜਿਹੀ ਸਥਿਤੀ ਨੂੰ ਦੱਸਦਾ ਹੈ, ਪਰ ਉਹ ਮੈਦਾਨ ਦੇ ਵਿੱਚ ਆ ਗਏ ਨੇ ਤੇ ਚੋਣ ਪ੍ਰਚਾਰ ਵਿੱਚ ਕਿੰਨਾ ਕੁ ਕੁੱਦਣਗੇ, ਕਿਉਂਕਿ ਪੰਜਾਬ ਦਾ ਮੌਸਮ ਵੀ ਬਹੁਤ ਸਖਤ ਰਿਹਾ ਅੱਜ ਤੱਕ। ਸ਼ਾਇਦ ਅਗਲੇ ਦਿਨ ਕੁਝ ਚੰਗੀ ਧੁੱਪ ਨਿਕਲ ਆਵੇ ਤੇ ਸ਼ਾਇਦ ਉਹ ਵੀ ਬਾਹਰ ਨਿਕਲਣ, ਤੇ ਇਹ ਹਰ ਇੱਕ ਵਾਸਤੇ ਔਖਾ ਹੋਇਆ ਪਿਆ ਸੀ। ਬਜ਼ੁਰਗ ਨੇ ਉਹ ਤਾਂ ਖੈਰ ਅਸੀਂ ਕਾਮਨਾ ਕਰਦੇ ਹਾਂ ਉਹਨਾਂ ਦੀ ਚੰਗੀ ਸਿਹਤ ਦੀ। ਬਾਕੀ ਮੁਕਾਬਲਾ ਉਹਨਾਂ ਦਾ ਕੌਣ ਕਰੇਗਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ। ਕੁਲਦੀਪ ਜੀ, ਤੁਸੀਂ ਗੱਲ ਕੀਤੀ ਹੈ ਮਜੀਠਾ ਹਲਕੇ ਤੋਂ ਮਜੀਠੀਆ ਦੀ। ਬਿਕਰਮ ਸਿੰਘ ਮਜੀਠੀਆ ਜੋ ਕਿ ਬਹੁਤ ਕਰੋੜੀ ਡਰੱਗ ਰੈਕਟ ਦੇ ਵਿੱਚ ਫਸੇ ਹੋਏ ਨੇ ਇਸ ਵੇਲੇ, ਤੇ ਪਹਿਲਾਂ ਤਾਂ ਹਾਈ ਕੋਰਟ ਵੱਲੋਂ ਉਹਨਾਂ ਦੀ ਜ਼ਮਾਨਤ ਅਰਜ਼ੀ ਹੈ ਜਿਹੜੀ ਉਹ ਰੱਦ ਕਰ ਦਿੱਤੀ ਗਈ ਤੇ ਫਿਰ ਉਹਨਾਂ ਨੂੰ 3 ਦਿਨ ਦੀ ਹੋਰ ਮੋਹਲਤ ਦੇ ਦਿੱਤੀ ਗਈ। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਾਰਨ ਹੋ ਸਕਦੇ ਨੇ ਇਸ ਪਿੱਛੇ? ਦੇਖੋ, ਕਾਰਨ ਤੇ ਤਕਨੀਕੀ ਕਾਰਨ ਨੇ ਜੀ। ਉਹਨਾਂ ਨੂੰ 3 ਦਿਨ ਦੀ ਮੁਹਲਤ ਜਿਹੜੀ ਹੈ ਉਹ ਦਿੱਤੀ ਗਈ ਹੈ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਲੈ ਕੇ ਜਾ ਸਕਦੇ ਨੇ ਤੇ ਉੱਥੋਂ ਜ਼ਮਾਨਤ ਲੈ ਸਕਦੇ ਨੇ ਜੀ। ਜੇ ਬਿਕਰਮ ਸਿੰਘ ਮਜੀਠੀਆ ਦੀ ਅਸੀਂ ਗੱਲ ਕਰੀਏ ਤੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਤੇ ਜਿਸ ਰਫ਼ਤਾਰ ਦੇ ਨਾਲ ਉਹਨਾਂ ਨੇ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲਿਆ ਜੀ,
ਮੈਂ ਦੇਖ ਰਿਹਾ ਕਿ ਬਹੁਤ ਜ਼ੋਰ ਸ਼ੋਰ ਨਾਲ ਉਹ ਕੰਮ ਕਰ ਰਹੇ ਨੇ ਜੀ। ਹਾਲਾਂਕਿ ਇੱਕ ਵਾਰੀ ਰੂਪੋਸ਼ ਹੋਣ ਤੋਂ ਬਾਅਦ ਉਹ ਬਾਹਰ ਆਏ ਤੇ ਫਿਰ ਉਹ ਜਿਸ ਦਿਨ ਬਾਹਰ ਆਏ ਉਸ ਦਿਨ ਤੋਂ ਬਾਅਦ ਉਹ ਅੰਦਰ ਹੀ ਨਹੀਂ ਗਏ ਜੀ। ਬਾਹਰ ਆ ਕੇ ਵੀ ਤੁਸੀਂ ਦੇਖੋ ਉਹਨਾਂ ਨੇ ਪਹਿਲਾਂ ਚਰਨਜੀਤ ਸਿੰਘ ਚੰਨੀ ਦੇ ਬਾਰੇ ਤੇ ਜੋ ਉਹਨਾਂ ਦੇ ਰਿਸ਼ਤੇਦਾਰ ਦੇ ਈਡੀ ਦੇ ਛਾਪੇ ਪਏ ਸਨ ਉਸ ਬਾਰੇ ਕਿੰਨੇ ਵੱਡੇ ਖੁਲਾਸੇ ਜਿਹੜੇ ਸੀ ਪ੍ਰੈਸ ਕਾਨਫਰੰਸ ਵਿੱਚ ਕੀਤੇ ਜੀ, ਜਿਸ ਨਾਲ ਕਾਂਗਰਸ ਪਾਰਟੀ ਨੂੰ ਤੇ ਇੱਕ ਵਾਰੀ ਚੁੱਪ ਹੋਣਾ ਪੈ ਗਿਆ ਜੀ। ਸੋ ਇੱਕ ਪਾਸੇ ਉਹਨਾਂ ਦਾ ਆਪਣਾ ਕੇਸ, ਉਹਨਾਂ ਨੂੰ ਜ਼ਮਾਨਤ ਮਿਲੀ ਸੀ ਜਿਹੜੀ ਸੀ ਅਗਾਊਂ ਜ਼ਮਾਨਤ, ਫਿਰ ਉਹ ਰੱਦ ਹੋ ਜਾਂਦੀ ਬਾਅਦ ਵਿੱਚ। ਉਹਨੇ ਦਿਨ ਉਹ ਲੱਭਦੇ ਨਹੀਂ, ਛਾਪੇਮਾਰੀ ਪਹਿਲਾਂ ਵੀ ਕੀਤੀ ਜਾਂਦੀ ਹੈ ਤੇ ਛਾਪੇਮਾਰੀ ਹੁਣ ਵੀ ਹੋਈ ਹੈ। ਬਿਲਕੁਲ। ਫਿਰ ਕੱਲ ਫਿਰ ਉਹਨਾਂ ਤੋਂ 3 ਦਿਨ ਦੀ, ਹਫ਼ਤੇ ਦੀ ਉਹਨਾਂ ਨੇ ਮੋਹਲਤ ਮੰਗੀ ਸੀ, 3 ਦਿਨ ਦੀ ਉਹਨਾਂ ਨੂੰ ਫਿਰ ਮੋਹਲਤ ਦਿੱਤੀ ਗਈ ਹੈ। ਮੋਹਲਤ ਮਿਲਦੇ ਸਾਰ ਹੀ ਫਿਰ ਪ੍ਰੈਸ ਕਾਨਫਰੰਸ। ਬਿਲਕੁਲ। ਤੁਸੀਂ ਦੇਖੋ ਇੱਕ ਵਿਅਕਤੀ ਜੋ ਆਪਣਾ ਸਿਰ ਲੁਕਾਉਂਦਾ ਫਿਰਦਾ ਹੋਵੇ ਕਿ ਮੈਂ ਕਿੱਥੋਂ ਜ਼ਮਾਨਤ ਲੈਣੀ ਹੈ, ਮੇਰੀ ਜ਼ਮਾਨਤ ਅਰਜੀ ਮਨਜ਼ੂਰ ਹੋਵੇਗੀ ਕਿ ਨਹੀਂ ਹੋਵੇਗੀ, ਕੀ ਬਣੇਗਾ, ਮੈਨੂੰ ਗ੍ਰਿਫਤਾਰ ਤਾਂ ਨਾ ਕਰ ਲੈਣਗੇ, ਇਸ ਤਰ੍ਹਾਂ ਦੀ ਸਥਿਤੀ ਵਿੱਚ ਫਸਿਆ ਹੋਵੇ ਤੇ ਉਹ ਪ੍ਰੈਸ ਕਾਨਫਰੰਸ ਕਰਕੇ ਫਿਰ ਜਿਵੇਂ ਕਹਿੰਦੇ ਨੇ ਕਿ ਡਿਫੈਂਸਿਵ ਮੋਡ ਦੇ ਵਿੱਚ ਨਹੀਂ ਇੱਕ ਵਾਰੀ ਵੀ ਉਹ ਲੱਗੇ। ਡਿਫੈਂਸਿਵ ਮੋਡ ਦੇ ਵਿੱਚ ਸਿਰਫ ਇੰਨਾ ਕਿ ਲੱਗੇ ਹੋਣਗੇ ਵੀ ਪੁਲਿਸ ਦੇ ਹੱਥ ਨਹੀਂ ਆਏ, ਛਾਪੇਮਾਰੀ ਉਹਨਾਂ ਦੇ ਜਿਹੜੀ ਘਰ ਵਿੱਚ ਹੋਈ ਆ ਜਾਂ ਹੋਰ ਜਿੱਥੇ ਜਿੱਥੇ ਵੀ ਹੋਈ ਆ ਕਿਤੇ ਲੱਭੇ ਨਹੀਂ ਉਹ ਪੁਲਿਸ ਨੂੰ, ਪੁਲਿਸ ਜਿਹੜੀ ਆ ਉਸ ਨੂੰ ਵਾਪਸ ਪਰਤਣਾ ਪਿਆ। ਚੰਡੀਗੜ੍ਹ ਜਾ ਕੇ ਫਿਰ ਪ੍ਰੈਸ ਕਾਨਫਰੰਸ ਤੇ ਕੀਤੀ ਕਿਹਦੇ ਖਿਲਾਫ ਆ? ਡੀਜੀਪੀ ਦੇ ਖਿਲਾਫ। ਬਿਲਕੁਲ। ਡੀਜੀਪੀ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਇਹ ਡੀਜੀਪੀ ਜਿਹੜਾ ਗੈਂਗਸਟਰਾਂ ਨਾਲ ਚਟੋਪਾਧਿਆਏ ਰਲਿਆ ਹੋਇਆ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ NIA ਇਸ ਦੀ ਜਾਂਚ ਕਰੇ। ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਲਈ ਸਿੱਧੇ ਤੌਰ ਤੇ ਡੀਜੀਪੀ ਜ਼ਿੰਮੇਵਾਰ ਹੈ ਤੇ ਉਹ ਸਾਰਾ ਬੇਸਿਕਲੀ ਉਹ ਗੱਲ ਤੇ ਆਪਣੀ ਕਰ ਰਹੇ ਨੇ। ਬਿਲਕੁਲ। ਕਿ ਉਹ ਕਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਹੁਣ ਉਹਨਾਂ ਨੇ ਚਟੋਪਾਧਿਆਏ ਨੂੰ ਵੀ ਵਿੱਚ ਘੜੀਸ ਲਿਆ ਤੇ ਇਸ ਗੱਲ ਦਾ ਜਵਾਬ ਅਜੇ ਤੱਕ ਮਿਲਿਆ ਨਹੀਂ ਹੈ। ਪਰ ਉਹਨਾਂ ਕੋਲ ਸੁਪਰੀਮ ਕੋਰਟ ਤੱਕ ਜਾਣ ਦਾ ਸਮਾਂ ਉਹਨਾਂ ਨੂੰ ਮਿਲਿਆ ਹੋਇਆ ਕਿ ਉੱਥੋਂ ਉਹਨਾਂ ਨੂੰ ਰਾਹਤ ਜੇ ਮਿਲ ਜਾਂਦੀ ਹੈ ਸੁਪਰੀਮ ਕੋਰਟ ਤੋਂ। ਹਾਲਾਂਕਿ ਉਹਨਾਂ ਤੇ ਇਲਜ਼ਾਮ ਇਹੋ ਹੀ ਜਿਹੜਾ ਹੈ ਏਜੰਸੀਆਂ ਲਾ ਰਹੀਆਂ ਨੇ ਕਿ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਜੀ। ਪਰ ਕੀ ਗ੍ਰਿਫਤਾਰ ਕਰਨ ਦੀ ਇਜਾਜ਼ਤ ਮਿਲ ਜਾਵੇਗੀ? ਜੇ ਸੁਪਰੀਮ ਕੋਰਟ ਚੋਂ ਮਿਲ ਜਾਂਦੀ ਹੈ ਤਾਂ ਫਿਰ ਬਿਕਰਮ ਸਿੰਘ ਮਜੀਠੀਆ ਲਈ ਬਹੁਤ ਔਖਾ ਹੋਵੇਗਾ ਕਿਉਂਕਿ ਅਗਾਂਹ ਵਾਸਤੇ ਕੁਝ ਹੋਰ ਜਿਹੜਾ ਮੁਸ਼ਕਲ ਵੇਖਿਆ ਨਹੀਂ ਜਾ ਸਕਦਾ। ਤੇ ਜੇ ਉਹਨਾਂ ਨੂੰ ਉੱਥੋਂ ਅੰਤਰਿਮ ਜ਼ਮਾਨਤ ਮਿਲ ਜਾਂਦੀ ਹੈ ਤੇ ਫਿਰ ਇਹ ਚੋਣ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਏਜੰਸੀਆਂ ਨੇ ਉਹਨਾਂ ਲਈ ਵੀ ਝਟਕਾ ਹੋਵੇਗਾ। ਜੀ ਕੁਲਦੀਪ ਜੀ, ਤੁਹਾਨੂੰ ਲੱਗਦਾ ਨਹੀਂ ਕਿ ਇਸ ਨੂੰ ਲੋਕ ਹੈ ਜਿਹੜੇ ਉਹ ਇਸ ਚੀਜ਼ ਨਾਲ ਵੀ ਜੋੜ ਕੇ ਦੇਖ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਤੇ ਉਹ ਫਿਰ ਰੂਪੋਸ਼ ਹੋ ਜਾਂਦੇ, ਰੂਪੋਸ਼ ਹੋਣ ਤੋਂ ਬਾਅਦ ਜਿਵੇਂ ਜ਼ਮਾਨਤ ਮਿਲਦੀ ਹੈ ਨਾਲ ਦੀ ਨਾਲ ਬਾਹਰ ਵੀ ਆ ਜਾਂਦੇ ਨੇ ਤੇ ਸੁਖਪਾਲ ਖਹਿਰਾ ਤੇ ਵੀ ਈਡੀ ਦਾ ਛਾਪਾ ਪਿਆ ਸੀ ਤੇ ਈਡੀ ਨੇ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ, ਉਹ ਵੀ ਉਦੋਂ ਜਦੋਂ ਉਹ ਆਪ ਉਹਨਾਂ ਕੋਲ ਗਏ ਸੀ। ਤੇ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਜਿਵੇਂ ਕਿ ਲੋਕਾਂ ਦੇ ਜਾਂ ਵਿਰੋਧੀ ਧਿਰਾਂ ਦੇ ਕਾਫੀ ਜ਼ਿਆਦਾ ਸਵਾਲ ਸਾਹਮਣੇ ਆ ਰਹੇ ਨੇ ਕਿ ਤੁਹਾਨੂੰ ਕੁਝ ਲੱਗਦਾ ਇਹਨਾਂ ਦੇ ਵਿੱਚ ਕੋਈ ਕੰਟਰਡਿਕਸ਼ਨ ਦਾ? ਕੰਟਰਡਿਕਸ਼ਨ ਤੇ ਰਹਿੰਦੀ ਹੈ ਜੀ। ਜਿਹੜੀਆਂ ਏਜੰਸੀਆਂ ਨੇ ਹਰਪ੍ਰੀਤ ਜੀ ਉਹਨਾਂ ਬਾਰੇ ਇਹ ਕਹਿ ਦਿੱਤਾ ਜਾਂਦਾ ਨੇ ਕਿ ਸਰਕਾਰਾਂ ਦੇ ਪਿੰਜਰੇ ਦਾ ਤੋਤਾ ਹੁੰਦੀਆਂ ਨੇ ਜੀ। ਈਡੀ ਦੇ ਬਾਰੇ ਇਹ ਹੈ ਕਿ ਇਹ ਕੇਂਦਰੀ ਜਾਂਚ ਏਜੰਸੀ ਹੈ, ਉਹ ਵਿੱਤੀ ਬੇਨਿਯਮੀਆਂ ਦੇ ਬਾਰੇ ਸਾਰੀ ਜਾਂਚ ਕਰਦੀ ਹੈ ਜੀ। ਹੁਣ ਇਹ ਕੇਸ ਹੋਰ ਹੈ, ਇਹ ਡਰੱਗ ਰੈਕਟ ਦਾ ਮਾਮਲਾ ਹੈ, ਇਹ ਪੰਜਾਬ ਦੇ ਨਾਲ ਹੈ। ਪੰਜਾਬ ਦੇ ਵਿੱਚੋਂ ਜਿਹੜੇ ਗਵਾਹ ਵਗੈਰਾ ਭੁਗਤੇ ਨੇ ਉਹਨਾਂ ਦੇ ਕਰਕੇ FIR ਦਰਜ ਹੋਈ ਹੈ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਹਰਪ੍ਰੀਤ ਜੀ ਕਿ ਬਹੁਤ ਲੇਟ ਸਾਰਾ ਕੁਝ ਕੀਤਾ ਗਿਆ ਹੈ ਔਰ ਇਹ ਬਹੁਤ ਗੱਲਾਂ ਜਿਹੜੀਆਂ ਨੇ ਰਾਜਨੀਤਿਕ ਤੌਰ ਤੇ ਸਾਹਮਣੇ ਆਉਂਦੀਆਂ ਨੇ। ਪਰ ਮੈਨੂੰ ਲੱਗਦਾ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਬਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਜਾਂ ਅਦਾਲਤਾਂ ਜਿਹੜੀਆਂ ਨੇ ਕਿਵੇਂ ਦੇਖਦੀਆਂ ਨੇ ਇਹ ਸਾਨੂੰ ਇੱਕ ਅੱਧੇ ਦਿਨ 'ਚ ਹੁਣ ਪਤਾ ਲੱਗੇਗਾ ਜੀ। ਸੋ ਕੁਲਦੀਪ ਜੀ, ਜਿਹੜੀਆਂ ਹੁਣ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ, ਪਹਿਲਾਂ ਜਦੋਂ ਚੋਣਾਂ ਹੁੰਦੀਆਂ ਸੀ ਤਾਂ ਜਿਹੜੇ ਵੀ ਦਿੱਗਜ ਆਗੂ ਸੀ ਇੱਕ ਦੂਜੇ ਦੇ ਹਲਕੇ ਤੋਂ ਚੋਣ ਲੜਨ ਦੀ ਗੱਲ ਕਰਦੇ ਸੀ ਔਰ ਸਿੱਧੇ ਸਿੱਧੇ ਇੱਕ ਦੂਜੇ ਦੇ ਸਾਹਮਣੇ ਹੁੰਦੇ ਸੀ। ਤੇ ਜਿਵੇਂ ਨਵਜੋਤ ਸਿੰਘ ਸਿੱਧੂ ਹੈ ਤੇ ਕੈਪਟਨ ਹੈ, ਉਹ ਇੱਕ ਦੂਜੇ ਦੇ ਹਲਕੇ ਤੋਂ ਚੋਣ ਲੜਨ ਦੀ ਗੱਲ ਕਰਦੇ ਸੀ। ਪਰ ਇਸ ਵਾਰੀ ਅਜਿਹਾ ਕੁਛ ਨਹੀਂ ਹੈ। ਨਵਜੋਤ ਸਿੰਘ ਸਿੱਧੂ ਹੈ, ਉਹ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਹੈ, ਉਹ ਪਟਿਆਲਾ ਤੋਂ ਹੀ ਲੜ ਰਹੇ ਨੇ, ਮਤਲਬ ਆਪਣੇ ਆਪਣੇ ਹਲਕੇ ਤੋਂ ਹੀ ਉਹ ਚੋਣ ਲੜਨ ਦੀ ਗੱਲ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਉਹ ਜਿਹੜੀਆਂ ਸਿੱਧੀਆਂ ਚੁਣੌਤੀਆਂ ਦਿੱਤੀਆਂ ਜਾਂਦੀਆਂ ਸੀ ਉਹ ਕੰਮ ਕਿਤੇ ਜਾ ਕੇ ਮੱਧਮ ਤੇ ਠੰਡਾ ਕਿਉਂ ਪੈ ਗਿਆ? ਇੱਕ ਤਾਂ ਸਿਆਲ ਹੈ ਜੀ, ਦੂਸਰੀ ਗੱਲ ਹੈ ਕਿ ਉਹ ਸ਼ੁਰੂ ਕਦੋਂ ਹੋਇਆ ਸੀ। ਖੈਰ ਪਹਿਲਾਂ ਵੀ ਹੋ ਸਕਦਾ, ਪਰ ਮੋਟੀ ਯਾਦ ਜਿਹੜੀ ਹੈ ਮੈਂ ਉਹ ਕਰਵਾਉਣੀ ਚਾਹਾਂਗਾ ਕਿ ਜਦੋਂ 2014 ਦੇ ਵਿੱਚ ਲੋਕ ਸਭਾ ਹੁੰਦੀਆਂ ਨੇ ਤੇ ਅਰੁਣ ਜੇਟਲੀ ਨੂੰ ਮੁਕਾਬਲਾ ਦੇਣ ਲਈ ਕੈਪਟਨ ਅਮਰਿੰਦਰ ਸਿੰਘ, ਜਦੋਂ ਅਰੁਣ ਜੇਟਲੀ ਨੂੰ ਉੱਥੋਂ ਉਮੀਦਵਾਰ ਬਣਾ ਦਿੱਤਾ ਜਾਂਦਾ ਹੈ ਅੰਮ੍ਰਿਤਸਰ ਤੋਂ ਤੇ ਉਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਉੱਥੇ ਪਹੁੰਚ ਜਾਂਦੇ ਨੇ ਤੇ ਜਿੱਤਦੇ ਨੇ ਬੜੇ ਜ਼ੋਰ ਨਾਲ। ਅਰੁਣ ਜੇਟਲੀ ਹਾਰ ਜਾਂਦੇ ਨੇ। ਬਿਲਕੁਲ। ਭਾਜਪਾ ਨੂੰ ਪੂਰੇ ਏਰੀਆ ਦੇ ਵਿੱਚੋਂ ਸੀਟਾਂ ਮਿਲਦੀਆਂ ਨੇ ਪਰ ਅੰਮ੍ਰਿਤਸਰ ਦੀ ਸੀਟ ਤੇ ਕਿਰਕਿਰੀ ਹੋ ਜਾਂਦੀ ਹੈ ਕਿਉਂਕਿ ਵਿੱਤ ਮੰਤਰੀ ਉਹਨਾਂ ਨੇ ਬਣਨਾ ਸੀ ਜੀ। ਹੁਣ ਉਸ ਗੱਲ ਤੋਂ ਬਾਅਦ ਫਿਰ ਥੋੜਾ ਜਿਹਾ ਰਿਵਾਜ ਜਿਹਾ ਪਿਆ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੱਗਿਆ ਕੁਝ ਵਾਰੀ ਕਿ ਮੈਂ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਚੈਲੰਜ ਕਰ ਸਕਦਾ
ये एक गल है। वैसे दूसरी वो बाद ਵਿੱਚ ਕਰਦੇ ਹਾਂ। ਉਸ ਤੋਂ ਬਾਅਦ ਫਿਰ ਜਦੋਂ ਪੰਜਾਬ 'ਚ 2017 ਦੀਆਂ ਚੋਣਾਂ ਆਉਂਦੀਆਂ ਨੇ ਤੇ ਇੱਕ ਤੇ ਇਹ ਗੱਲ ਹੈ ਕਿ ਲੋਕ ਸਭਾ ਦੇ ਵਿੱਚ ਜਿੱਤੇ ਹੋਏ ਕਈ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਜਿਹੜਾ ਹੈ ਉਹ ਵਿਧਾਨ ਸਭਾ ਦੇ ਵਿੱਚ ਚੋਣਾਂ 'ਚ ਉਤਾਰ ਦਿੱਤਾ ਜਾਂਦਾ ਜੀ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਉਦੋਂ ਲੋਕ ਸਭਾ ਦੇ ਮੈਂਬਰ ਸਨ ਤੇ 17 ਦੇ ਵਿੱਚ ਉਹ ਆਉਂਦੇ ਨੇ ਤੇ 17 ਦੇ ਵਿੱਚ ਉਹ ਆਪਣੇ ਹਲਕੇ ਤੋਂ ਤਾਂ ਖੜੇ ਹੁੰਦੇ ਨੇ ਪਟਿਆਲੇ ਤੋਂ ਜੀ ਤੇ ਦੂਸਰੇ ਪਾਸੇ ਲੰਬੀ ਤੋਂ ਜਾ ਕੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਖੜੇ ਹੋ ਜਾਂਦੇ ਨੇ ਜੀ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਅਸੀਂ ਵੀ ਕੋਈ ਲਿਆਉਣਾ ਇੱਥੇ ਵੱਡਾ ਉਮੀਦਵਾਰ ਤੇ ਆਮ ਆਦਮੀ ਪਾਰਟੀ ਵਾਲੇ ਜਰਨੈਲ ਸਿੰਘ ਨੂੰ ਦਿੱਲੀ ਤੋਂ ਲਿਆ ਕੇ ਉਹਨਾਂ ਨੂੰ ਲਿਆ ਕੇ ਇੱਥੇ ਉਮੀਦਵਾਰ ਬਣਾਉਂਦੇ ਨੇ ਜੀ। ਹੁਣ ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜਨ ਵਾਸਤੇ ਕੇਜਰੀਵਾਲ ਐਲਾਨ ਕਰ ਦਿੰਦੇ ਨੇ ਕਿ ਭਗਵੰਤ ਮਾਨ ਸਿੱਧੀ ਚੁਣੌਤੀ ਦੇਣਗੇ ਜੀ। ਭਗਵੰਤ ਮਾਨ ਉੱਥੋਂ ਪਹੁੰਚ ਗਏ। ਕਾਂਗਰਸ ਨੇ ਕਿਹਾ ਕਿ ਅਸੀਂ ਵੀ ਆਪਣੇ ਇੱਕ ਲੋਕ ਸਭਾ ਦਾ ਮੈਂਬਰ ਜਿਹੜਾ ਉੱਥੇ ਭੇਜ ਕੇ ਵੇਖਦੇ ਹਾਂ। ਰਵਨੀਤ ਬਿੱਟੂ ਨੂੰ ਭੇਜ ਦਿੱਤਾ ਜਾਂਦਾ। ਇਸ ਤਰ੍ਹਾਂ ਦਾਅਵੇ ਸਿੱਧੇ ਚੁਣੌਤੀਆਂ ਜਿਹੜੀਆਂ ਸੀ ਇੱਕ ਦੂਸਰੇ ਨੂੰ ਕੀਤੀਆਂ ਗਈਆਂ ਜੀ। ਜਨਰਲ ਜੇ ਸਿੰਘ ਦੀ ਅਸੀਂ ਜੇ ਗੱਲ ਕਰੀਏ ਤੇ ਪਟਿਆਲੇ ਤੋਂ ਜੀ ਉਹ ਹਾਰ ਗਏ ਸੀ ਚੋਣ ਤੇ ਉਹਨਾਂ ਨੇ ਇਹ ਜਿਹੜੀ ਗੱਲ ਕੀਤੀ ਕਿ ਇੱਕ ਦੂਸਰੇ ਨਾਲ ਇਸ ਤਰ੍ਹਾਂ ਦੀ ਸਹਿਮਤੀ ਬਣਾ ਕੇ ਕੁਝ ਉਮੀਦਵਾਰਾਂ ਨੂੰ ਹਰਾਉਣ ਖਾਤਰ ਅਕਾਲੀਆਂ ਨੇ ਤੇ ਕਾਂਗਰਸ ਨੇ ਇਹ ਕੰਮ ਕੀਤਾ ਸੀ। ਇਹ ਗੱਲ ਪਤਾ ਨਹੀਂ ਕਿੰਨੀ ਕੁ ਸੱਚੀ ਹੈ ਕਿ ਝੂਠੀ ਹੈ ਜੀ। ਪਰ ਇਸ ਵਾਰੀ ਇੱਕੋ ਹੀ ਚੁਣੌਤੀ ਉਹ 6 ਮਹੀਨੇ ਪਹਿਲਾਂ ਆਈ ਸੀ ਕੈਪਟਨ ਵੱਲੋਂ ਕਿ ਨਵਜੋਤ ਸਿੰਘ ਸਿੱਧੂ ਮੇਰੇ ਖਿਲਾਫ ਚੋਣ ਲੜ ਕੇ ਪਟਿਆਲੇ ਤੋਂ ਦੇਖ ਲਵੇ ਜੀ। ਖੈਰ ਦੁਬਾਰਾ ਨਾ ਉਹਨਾਂ ਨੇ ਚੈਲੰਜ ਕੀਤਾ ਤੇ ਨਾ ਸਿੱਧੂ ਨੇ ਐਕਸੈਪਟ ਕੀਤਾ ਤੇ ਜਨਰਲ ਜੇ ਸਿੰਘ ਵੀ ਉਸ ਵਿੱਚ ਬੋਲ ਪਏ ਸਨ। ਉਹ ਖਤਮ ਹੋ ਗਈਆਂ ਚੁਣੌਤੀਆਂ। ਭਗਵੰਤ ਮਾਨ ਆਪਣੇ ਹਲਕੇ ਤੋਂ ਨੇ, ਕੈਪਟਨ ਅਮਰਿੰਦਰ ਸਿੰਘ ਆਪਣੇ ਤੋਂ ਨੇ, ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਨੇ ਜਿਵੇਂ ਤੁਸੀਂ ਦੱਸਿਆ। ਪ੍ਰਕਾਸ਼ ਸਿੰਘ ਬਾਦਲ ਦਾ ਵੀ ਸਾਬਤ ਹੋ ਗਿਆ। ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਮੁਕਾਬਲੇ ਆਮ ਉਮੀਦਵਾਰ ਨੇ ਜਿਹੜੇ ਲੋਕਲ ਹੋਣਗੇ। ਇਸੇ ਤਰ੍ਹਾਂ ਹੀ ਕਹਾਣੀ ਚੱਲ ਰਹੀ ਹੈ। ਪਰ ਇਸ ਚੈਲੰਜ ਕਰਨ ਦਾ ਰਿਵਾਜ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਭਾਵੇਂ ਉਸ ਤੋਂ ਪਹਿਲਾਂ ਵੀ ਕਿਤੇ ਹੋਵੇ। ਪਰ ਕੇਂਦਰੀ ਪੱਧਰ ਤੇ 2014 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੜੇ ਹੋ ਗਏ ਸਨ ਤੇ ਉਹਨਾਂ ਦੇ ਮੁਕਾਬਲੇ ਕੌਣ ਜਾ ਕੇ ਕਿਸ ਨੇ ਚੈਲੰਜ ਕੀਤਾ ਸੀ ਉਹਨਾਂ ਨੂੰ? ਅਰਵਿੰਦ ਕੇਜਰੀਵਾਲ ਨੇ। ਕਾਫੀ 1.5 ਲੱਖ ਦੇ ਲਾਗੇ ਵੋਟ ਲੈ ਗਏ ਸੀ। ਹਾਲਾਂਕਿ ਬਹੁਤ ਵੱਡਾ ਹਲਕਾ ਹੈ ਲੋਕ ਸਭਾ ਦਾ ਉਹ। ਨਰਿੰਦਰ ਮੋਦੀ ਵੱਡੇ ਫਰਕ ਨਾਲ ਜਿੱਤ ਗਏ ਸੀ। ਉਹ ਕੰਮ ਮੈਨੂੰ ਠੰਡਾ ਪੈਂਦਾ ਜਾਪ ਰਿਹਾ ਹੁਣ ਜੀ। ਇਹ ਇੱਕ ਰਿਵਾਜ ਘਟਿਆ। ਇਹ ਚੰਗੀ ਗੱਲ ਵੀ ਹੈ। ਇਸ ਤਰ੍ਹਾਂ ਚੈਲੰਜ ਕਰਨਾ ਤੇ ਬਾਅਦ ਵਿੱਚ ਸੀਟ ਦੀ ਬੇਕਦਰੀ ਕਰਨਾ ਤੇ ਅਸਤੀਫਾ ਦੇ ਦੇਣਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਾਸੀਆਂ ਨਾਲ ਕੀਤਾ, ਚੰਗੀ ਗੱਲ ਨਹੀਂ ਹੈਗੀ। ਇਹ ਰਿਵਾਜ ਖਤਮ ਹੋਇਆ ਤੇ ਚੰਗੀ ਹੈ। ਜਿਵੇਂ ਭਾਈ ਜਿੱਥੇ ਤੁਸੀਂ ਫਾਈਟ ਕਰਨਾ ਚਾਹੁੰਦੇ ਹੋ ਕਰ ਲਓ। ਚਰਨਜੀਤ ਸਿੰਘ ਚੰਨੀ ਵੀ ਉਹਨਾਂ ਦੀ ਵੀ ਆਵਾਜ਼ ਆ ਰਹੀ ਸੀ ਕਿ ਕਿਸੇ ਹੋਰ ਹਲਕੇ ਤੋਂ ਸ਼ਾਇਦ ਉਹ ਖੜੇ ਹੋਣਗੇ, ਪਰ ਨਹੀਂ, ਉਹ ਵੀ ਚਮਕੌਰ ਸਾਹਿਬ ਤੋਂ ਉਮੀਦਵਾਰ ਨੇ ਤੇ ਬਾਕੀ ਉਮੀਦਵਾਰ ਤਕਰੀਬਨ ਐਲਾਨੇ ਜਾ ਚੁੱਕੇ ਨੇ। 7-8 ਰਹਿ ਗਏ ਨੇ ਕਾਂਗਰਸ ਦੇ, ਬਾਕੀਆਂ ਦੇ ਵੀ ਕੋਈ ਥੋੜੇ ਰਹਿੰਦੇ ਨੇ। ਸਾਰਿਆਂ ਦਾ ਫਾਈਨਲ ਕੁਝ ਦਿਨਾਂ 'ਚ ਹੋ ਜਾਣਾ। ਇੱਕ ਵਾਰੀ ਪਤਾ ਲੱਗ ਜਾਵੇ ਫਿਰ ਸੂਚੀ ਬਣਾਵਾਂਗੇ ਕਿ ਕੌਣ ਕਿਹੜੀ ਪਾਰਟੀ ਵੱਲੋਂ ਹੈ ਤੇ ਭਾਈ ਉਹਨਾਂ ਨੂੰ ਪੁੱਛ ਵੀ ਲਵਾਂਗੇ ਤੁਸੀਂ ਅਜੇ 1-2 ਹਫ਼ਤੇ ਇਸੇ ਪਾਰਟੀ 'ਚ ਰਹਿਣਾ ਕਿ ਹੋਰ ਕਿਤੇ ਜਾਣਾ ਹੁਣ। ਜੀ ਕੁਲਦੀਪ ਜੀ, ਇਹ ਸਿਆਸਤ ਦੀਆਂ ਜਿਹੜੀਆਂ ਚੁਣੌਤੀਆਂ ਨੇ ਇਹ ਕਦੋਂ ਉਹ ਚੁਣੌਤੀਆਂ ਦਿੰਦੇ ਨੇ, ਕਦੀ ਪੂਰੇ ਵੀ ਉਤਰਦੇ ਕਿ ਨਹੀਂ, ਇਹ ਤਾਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਤੇ ਜਦੋਂ 10 ਮਾਰਚ ਨੂੰ ਹੁਣ ਰਿਜ਼ਲਟ ਆਣੇ ਨੇ ਤੇ ਸਭ ਕੁਝ ਲੋਕਾਂ ਦੇ ਸਾਹਮਣੇ ਆ ਜਾਏਗਾ ਕਿ ਪੰਜਾਬ ਦੇ ਲੋਕਾਂ ਨੇ ਕਿਹਦੇ ਹੱਕ ਵਿੱਚ ਫਤਵਾ ਦਿੱਤਾ ਹੈ। ਸੋ ਕੁਲਦੀਪ ਜੀ, ਤੁਸੀਂ ਸਟੂਡੀਓ ਵਿੱਚ ਆਏ ਤੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ ਤੇ ਇਸ ਸਮੀਖਿਆ ਨੂੰ ਇੱਥੇ ਹੀ ਸਮੇਟਦੇ ਹੋਏ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।